ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਟੀਐਸ ਟੈਟ ਸਤੰਬਰ 2016 ਦਾ ਪੇਪਰ 2 ਤੇ ਇਹ ਵੀਡੀਓ ਦਾ ਪਾਰਟ 2 ਹੈ। ਪਾਰਟ 1 ਮੈਂ ਆਲਰੇਡੀ ਕਰਵਾ ਦਿਆ ਹੈ। ਪਾਰਟ 1 ਚ ਅਸੀਂ ਪਹਿਲੇ 10 ਕੁਐਸਚਨ ਡਿਸਕਸ ਕਰੇ ਸੀ ਐਂਡ ਪਾਰਟ 2 ਚ ਅਸੀਂ ਨੈਕਸਟ 20 ਕੁਐਸਚਨਸ ਕਰਨੇ ਆ। ਸੋ ਲੈਟਸ ਸਟਾਰਟ। Question 101. The single discount which is equivalent to successive discounts of 25%, 20% and 10%. ਸਾਨੂੰ ਤਿੰਨ ਤਰ੍ਹਾਂ ਦੇ ਡਿਸਕਾਊਂਟ ਦਿੱਤੇ ਹੋਏ ਆ, ਇੱਕ 25%, ਇੱਕ 20 ਤੇ ਇੱਕ 10%। ਉਹ ਕਹਿ ਰਹੇ ਹਨ ਕਿ ਜੇਕਰ ਸ਼ਾਪਕੀਪਰ ਆਹ ਅਲੱਗ-ਅਲੱਗ ਡਿਸਕਾਊਂਟਸ ਨਾ ਲਗਾਵੇ ਤੇ ਉਹਨੇ ਇੱਕ ਸਿੰਗਲ ਡਿਸਕਾਊਂਟ ਹੀ ਲਗਾਉਣਾ ਹੋਵੇ ਜੋ ਕਿ ਤਿੰਨਾਂ ਦੇ ਬਰਾਬਰ ਹੋਵੇ ਤਾਂ ਉਹ ਡਿਸਕਾਊਂਟ ਕੀ ਹੋਏਗਾ। ਇਸ ਕੁਐਸਚਨ ਨੂੰ ਕਰਨ ਦੇ ਬਹੁਤ ਸਾਰੇ ਤਰੀਕੇ ਆ ਬਟ ਆਈ ਵਿਲ ਡਿਸਕਸ ਦ ਸ਼ਾਰਟਕਟ ਮੈਥਡ, ਜਿਹੜਾ ਕਿ ਸ਼ਾਰਟਕਟ ਹੈ ਔਰ ਬਹੁਤ ਜਲਦੀ ਇਹਦਾ ਆਨਸਰ ਆ ਜਾਂਦਾ ਹੈ। ਠੀਕ ਹੈ, ਸੋ ਉਹ ਕਰਨ ਲਈ ਤੁਸੀਂ ਕੀ ਕਰੋ, ਸਭ ਤੋਂ ਪਹਿਲਾਂ ਪਰਸੈਂਟੇजेस ਨੂੰ ਡਿਸਕਾਊਂਟ ਵਿੱਚ ਫ੍ਰੈਕਸ਼ਨ ਚ ਚੇਂਜ ਕਰ ਲਓ। ਜਿਵੇਂ ਕਿ ਤੁਹਾਡੇ ਕੋਲ ਹੈ 25%, ਅਗਰ ਮੈਂ ਇਹ ਸਾਈਨ ਹਟਾਉਣਾ ਹੋਵੇ ਤਾਂ ਕੀ ਕਰਦੇ ਅਸੀਂ ਡਿਵਾਈਡਡ ਬਾਈ 100। ਕਿਉਂ ਕਰਦੇ ਆ? ਕਿਉਂਕਿ ਪਰਸੈਂਟ ਦਾ ਮਤਲਬ ਹੀ ਹੁੰਦਾ ਹੈ ਪਰਸੈਂਟ। ਪਰਸੈਂਟ ਦਾ ਮਤਲਬ ਕੀ ਹੁੰਦਾ ਹੈ? ਪਰ ਦਾ ਮਤਲਬ ਹੁੰਦਾ ਹੈ ਆਊਟ ਆਫ, ਸੈਂਟ ਦਾ ਮਤਲਬ ਹੁੰਦਾ ਹੈ 100। ਇਸ ਦਾ ਮਤਲਬ ਵੀ ਕੀ ਹੁੰਦਾ ਹੈ? ਆਊਟ ਆਫ 100। ਠੀਕ ਹੈ, ਤਾਂ 25% ਦਾ ਮਤਲਬ ਕੀ ਹੈ ਕਿ ਜੇ ਕੋਈ ਚੀਜ਼ 100 ਰੁਪਏ ਦੀ ਹੈ ਤਾਂ ਉਸ ਚੋਂ 25 ਰੁਪਏ ਦੀ ਗੱਲ ਕਰ ਰਹੇ ਹਾਂ ਅਸੀਂ। ਮਤਲਬ ਕਿ ਅਗਰ ਕੋਈ ਚੀਜ਼ 100 ਰੁਪਏ ਦੀ ਤਾਂ ਉੱਤੇ 25 ਰੁਪਏ ਦਾ ਡਿਸਕਾਊਂਟ ਮਿਲਿਆ, ਇਹਦਾ ਮਤਲਬ ਇਹ ਹੁੰਦਾ ਹੈ। ਠੀਕ ਹੈ ਨਾ। ਸੋ ਤਾਂ ਇਹਨੂੰ ਫ੍ਰੈਕਸ਼ਨ ਚ ਚੇਂਜ ਕਰਿਆ ਤਾਂ ਕਿੰਨਾ ਆ ਜਾਏਗਾ? ਕਟਿੰਗ ਹੋ ਜਾਏਗੀ 1/4 ਆ ਜਾਏਗਾ। ਠੀਕ ਹੈ, 1/4 ਆ ਗਿਆ 25% ਦਾ। 20% ਦਾ ਕਰਾਂਗੇ ਕਿੰਨਾ ਆਏਗਾ? 20/100। ਇਹ ਕਿੰਨਾ ਆ ਜਾਏਗਾ? 1/5। ਏਦਾਂ ਹੀ ਤੁਸੀਂ 10% ਦਾ ਕਰ ਲਓਗੇ, ਕਿੰਨਾ ਆ ਜਾਏਗਾ? 1/10। ਇਹ ਮੇਰਾ ਸਟੈਪ 1 ਸੀ। ਕੀ ਸੀ ਮੇਰਾ ਸਟੈਪ 1? ਸਟੈਪ 1 ਚ ਮੈਂ ਕੀ ਕੀਤਾ ਹੈ? ਸਾਰੇ ਪਰਸੈਂਟੇजेस ਨੂੰ ਚੇਂਜ ਕਰਿਆ ਹੈ ਫ੍ਰੈਕਸ਼ਨ ਵਿੱਚ। ਸੋ ਹੁਣ ਤੁਸੀਂ ਸਟੈਪ 2 ਚ ਕੀ ਕਰਨਾ ਹੈ? ਜੋ ਤੁਹਾਡਾ ਡਿਨੋਮੀਨੇਟਰ ਹੈ ਤੁਸੀਂ ਇਹਨੂੰ ਲਿਖ ਲਓ ਇਹਦੇ 4, 5 ਤੇ 10। ਠੀਕ ਹੈ, ਇਹਦਾ ਮਤਲਬ ਕੀ ਹੈ? 1/4 ਦਾ ਮਤਲਬ ਕੀ ਹੋਇਆ ਹੁਣ ਕਿ 4 ਰੁਪਏ ਦੀ ਚੀਜ਼ ਸੀਗੀ, MRP ਮੇਰੀ 4 ਰੁਪਏ ਸੀਗੀ, ਮਾਰਕੀਟ ਪ੍ਰਾਈਸ 4 ਰੁਪਏ ਸੀ, ਉੱਪਰ 1 ਰੁਪਏ ਦਾ ਡਿਸਕਾਊਂਟ ਮਿਲਿਆ। ਡਿਸਕਾਊਂਟ ਕੀ ਮਿਲਿਆ? 1 ਰੁਪਏ ਦਾ। ਤੇ ਹੁਣ ਤੁਸੀਂ ਪੈਸੇ ਕਿੰਨੇ ਪੇ ਕੀਤੇ? ਤੁਹਾਡਾ ਸੈਲਿੰਗ ਪ੍ਰਾਈਸ ਕੀ ਆਇਆ ਉਸਦਾ? ਕਿੰਨਾ ਆ ਜਾਏਗਾ? 3 ਰੁਪਏ। ਉਰੇ ਕਿੰਨਾ ਆ ਜਾਏਗਾ? 4। ਉਰੇ ਕਿੰਨਾ ਆ ਜਾਏਗਾ? 9, ਕਿਉਂਕਿ ਸਭ ਦਾ ਨਿਊਮਰੇਟਰ 1 ਹੀ ਸੀਗਾ। ਠੀਕ ਹੈ, ਤਾਂ ਮੈਂ ਕੀ ਕੀਤਾ? ਮਾਰਕ ਦਾ ਪ੍ਰਾਈਸ ਚੋਂ ਡਿਸਕਾਊਂਟ ਨੂੰ ਮਾਈਨਸ ਕਰਤਾ ਤਾਂ ਮੇਰਾ ਸੈਲਿੰਗ ਪ੍ਰਾਈਸ ਆ ਗਿਆ। ਠੀਕ ਹੈ, ਹੁਣ ਆਪਣਾ ਨੈਕਸਟ ਸਟੈਪ ਕੀ ਹੋਏਗਾ? ਅਸੀਂ ਇਸ ਦਾ ਪ੍ਰੋਡਕਟ ਕਰਨਾ ਹੈ। ਤੁਸੀਂ ਇਸ ਦਾ ਪ੍ਰੋਡਕਟ ਕਰੋ, ਠੀਕ ਹੈ, ਤੇ ਆਪਣੇ ਸੈਲਿੰਗ ਪ੍ਰਾਈਸ ਦਾ ਪ੍ਰੋਡਕਟ ਕਰੋ। ਅਗਰ ਤਾਂ ਇਹਨਾਂ ਚ ਕੁਝ ਸੇਮ ਨੰਬਰ, ਜਿਵੇਂ 4 ਸੇਮ ਹੈ ਤਾਂ ਅਸੀਂ ਇਹਨੂੰ ਕੈਨਸਲ ਕਰ ਸਕਦੇ ਹਾਂ। ਅਸੀਂ ਇਹਨੂੰ 4 ਨਾਲ ਕੈਨਸਲ ਕਰ ਦੋ। ਹੋਰ ਕੁਝ ਸੇਮ ਨਹੀਂ ਹੈਗਾ, ਦੈਨ ਸਿੰਪਲ ਮਲਟੀਪਲਾਈ ਕਰੋ, ਕਿੰਨਾ ਆ ਜਾਏਗਾ? 50। ਔਰ ਕਿੰਨਾ ਕਰੋ? ਮਲਟੀਪਲਾਈ ਕਰੋ, ਕਿੰਨਾ ਆ ਜਾਏਗਾ? 27। ਠੀਕ ਹੈ, ਹੁਣ ਦੇਖੋ ਬਿਲਕੁਲ ਸ਼ਾਰਟ ਟ੍ਰਿਕ ਹੈ। ਹੁਣ ਅਸੀਂ ਫਟਾਫਟ ਕਿਵੇਂ ਕਰਨਾ ਹੈ? ਸਿੰਗਲ ਡਿਸਕਾਊਂਟ ਕਿਵੇਂ ਕਰਨਾ ਹੈ? ਤੁਸੀਂ ਇਹਦਾ ਡਿਫਰੈਂਸ ਲੈ ਲਓ। ਠੀਕ ਹੈ, ਇਹਦਾ ਡਿਫਰੈਂਸ ਕਿੰਨਾ ਆਏਗਾ? 23। ਉਹ ਮੇਰਾ ਡਿਸਕਾਊਂਟ ਆ ਗਿਆ। ਠੀਕ ਹੈ, ਡਿਵਾਈਡ ਕਰਨਾ ਸੀ ਆਪਣੇ ਮਾਰਕ ਪ੍ਰਾਈਸ ਦਾ, ਕਿੰਨੇ ਰੁਪਏ ਦਾ ਆਪਾਂ ਨੂੰ ਡਿਸਕਾਊਂਟ ਮਿਲਿਆ? 50 ਰੁਪਏ ਤੇ ਮੈਨੂੰ 23 ਰੁਪਏ ਡਿਸਕਾਊਂਟ ਮਿਲਿਆ, ਐਂਡ ਦੈਨ ਮਲਟੀਪਲਾਈ ਬਾਈ 100। ਤੁਸੀਂ ਇਹਨੂੰ ਸੋਲਵ ਕਰੋ, ਕਿੰਨਾ ਆ ਜਾਏਗਾ? 46% ਆ ਜਾਏਗਾ। ਠੀਕ ਹੈ, ਇਹ ਇੱਕ ਸ਼ਾਰਟ ਟ੍ਰਿਕ ਹੈ ਫਟਾਫਟ ਆਪਣੀ ਡਿਸਕਾਊਂਟ ਕੱਢਣ ਲਈ, ਸਿੰਗਲ ਡਿਸਕਾਊਂਟ ਕਰਨ ਲਈ ਸ਼ਾਰਟ ਟ੍ਰਿਕ। ਓਕੇ ਨਾ। ਸੋ ਸਿੰਪਲ ਹੈ, ਬਸ ਪਹਿਲਾਂ ਚੇਂਜ ਕਰੋ ਫ੍ਰੈਕਸ਼ਨ ਚ, ਉਸ ਤੋਂ ਬਾਅਦ ਡਾਇਰੈਕਟ ਮਲਟੀਪਲਾਈ ਕਰੋ ਐਂਡ ਦੈਨ ਸਿੰਪਲ ਰੇਸ਼ੋ ਇਹ ਲੈ ਲਓ, ਫਾਰਮੂਲਾ ਲਗਾ ਲਓ ਆਪਣਾ। ਓਕੇ, ਨੈਕਸਟ ਕੁਐਸਚਨ। A 5cc cube is painted on all sides. ਹੁਣ ਇੱਕ ਕਿਊਬ ਹੈ ਮੇਰੇ ਕੋਲ, ਉਸਨੂੰ ਅਸੀਂ ਪੂਰੇ ਸਾਈਡਸ ਤੇ ਪੇਂਟ ਕਰਤਾ। If one slice into 1cc cubes, how many 1cc cubes will exactly have one of the sides painted? ਥੋੜਾ ਜਿਹਾ ਅਜੀਬ ਲਿਖਿਆ ਹੋਇਆ, ਬਟ ਉਹਨਾਂ ਦਾ ਮਤਲਬ ਕੀ ਹੈ ਕਹਿਣ ਦਾ? ਕਹਿੰਦੇ ਕਿ ਅਗਰ ਇਹ ਮੇਰੇ ਕੋਲ ਮੰਨ ਲਓ ਕਿਊਬ ਹੈ, 5 ਸੈਂਟੀਮੀਟਰ ਦਾ ਮੇਰੇ ਕੋਲ ਕਿਊਬ ਹੈ। ਠੀਕ ਹੈ, ਅਸੀਂ ਹੁਣ ਇਸ ਨੂੰ ਅੱਗੇ 1 ਸੈਂਟੀਮੀਟਰ ਦੇ ਕਿਊਬ ਚ ਡਿਵਾਈਡ ਕਰਤਾ। 1 ਸੈਂਟੀਮੀਟਰ ਦੇ ਛੋਟੇ ਛੋਟੇ ਸਮਾਲ ਕਿਊਬਸ ਬਣਾਤੇ। ਠੀਕ ਹੈ, ਅਸੀਂ ਨੂੰ ਬਿਲਕੁਲ ਅਸੀਂ ਇਹਦੀ ਕਟਿੰਗ ਕਰਤੀ। ਤੇ ਦੱਸੋ ਕਿ ਐਸੇ ਕਿੰਨੇ ਕਿਊਬਸ ਹੋਣਗੇ ਜਿਸ ਦੀ ਸਿਰਫ ਇੱਕੋ ਸਾਈਡ ਪੇਂਟ ਹੋਊਗੀ? will exactly one side be painted? ਕਿ ਐਸੇ ਕਿੰਨੇ ਕਿਊਬਸ ਬਣਨਗੇ ਉਰੇ ਜਿਹਦੇ ਸਿਰਫ ਇੱਕ ਸਾਈਡ ਪੇਂਟ ਹੈ? ਜਿਵੇਂ ਤੁਸੀਂ ਇਹ ਵਾਲਾ ਤੁਸੀਂ ਪੀਸ ਦੇਖੋ, ਇਸ ਦੇ 3 ਸਾਈਡਸ ਪੇਂਟ ਹੋਣਗੀਆਂ। ਜਿਹੜਾ ਇਹ ਵਾਲਾ ਪੀਸ ਹੈ ਇਹਦੀ 2 ਸਾਈਡ ਪੇਂਟ ਹੋਏਗੀ, ਇਹਦੀ ਵੀ 2 ਪੇਂਟ ਹੈ, ਇਹਦੀ 3 ਪੇਂਟ ਹੋਏਗੀ। ਮਤਲਬ ਕਿ ਆਪਾਂ ਕਾਰਨਰ ਨੂੰ ਨਹੀਂ ਲੈਣਾ, ਇਹ ਪੂਰਾ ਛੱਡ ਦੋ, ਕਾਰਨਰ ਸਭ ਛੱਡ ਦੋ। ਸਿਰਫ ਬਚਿਆ ਅੰਦਰ ਦੇ ਮੇਰੇ ਕੋਲ ਕੀ ਬਚਿਆ? ਅੰਦਰ ਮੇਰੇ ਕੋਲ ਸਿਰਫ 3x3 ਦੀ ਛੋਟੀ ਜਿਹੀ ਕਿਊਬ ਬਚ ਗਈ ਹੈ ਨਾ। ਅਸੀਂ ਦੇਖਣਾ ਕਿ ਹੁਣ ਇਹ ਕਿੰਨੇ ਕਿਊਬਸ ਬਣਨਗੇ। ਇੱਧਰ ਵੀ 3 ਦੇ ਕਿਊਬ ਬਣਨਗੇ, ਇੱਧਰ ਵੀ 3 ਦਾ ਇੱਕ ਕਿਊਬ ਬਣੇਗਾ, 3x3 ਦਾ। 6 ਸਾਈਡਸ ਤੇ 3x3 ਦੇ ਕਿਊਬਸ ਬਣਨਗੇ ਸਾਡੇ ਕੋਲ। ਠੀਕ ਹੈ,
ਹੁਣ ਅਸੀਂ ਕਾਊਂਟ ਕਰਦੇ ਹਾਂ ਕਿ ਕਿੰਨੇ ਸਾਰੇ ਟੋਟਲ ਕਿਊਬਸ ਬਣਦੇ ਆ। ਹੁਣ ਦੇਖੋ ਅਸੀਂ ਸਿਰਫ ਸੈਂਟਰ ਵਾਲੇ ਲੈਣੇ ਆ, ਅਸੀਂ ਕਾਰਨਰ ਵਾਲੇ ਨਹੀਂ ਚੂਜ਼ ਕਰਨੇ ਕਿਉਂਕਿ ਸਾਨੂੰ ਪੁੱਛਿਆ ਗਿਆ ਹੈ ਕਿ ਸਿਰਫ ਐਗਜ਼ੈਕਟਲੀ ਇੱਕੋ ਸਾਈਡ ਪੇਂਟ ਹੋਵੇ। ਤਾਂ ਕਿੰਨੇ ਆ 1 2 3 4 5 6 7 8 9 ਉਹਦੇ 9 ਕਿਊਬਸ ਬਣ ਰਹੇ ਮੇਰੇ ਇੱਕ ਸਾਈਡ ਤੇ। ਤੇ ਕਿਊਬ ਦੇ ਕਿੰਨੀ ਫੇਸਿਸ ਹੁੰਦੀਆਂ ਹੈ, ਕਿਊਬ ਦੀਆਂ ਫੇਸਿਸ ਕਿੰਨੀਆਂ ਹੁੰਦੀਆਂ 6 ਫੇਸਿਸ ਹੁੰਦੀਆਂ ਇਹਦੀਆਂ। ਫੇਸਿਸ ਦਾ ਮਤਲਬ ਕੀ ਹੁੰਦਾ, ਇਹ ਵਾਲਾ ਪੂਰਾ ਪਾਰਟ। ਤੁਸੀਂ ਜਿਹੜੇ ਰੂਮ 'ਚ ਬੈਠੇ ਹੋਗੇ ਕਿ ਕਿਊਬॉइड ਜਾਂ ਕਿਊਬ ਸ਼ੇਪ ਦਾ ਹੀ ਹੈ, ਤੁਸੀਂ ਦੇਖੋ ਉਹਦੀ 4 ਦੀਵਾਰਾਂ ਹੈ, ਇੱਕ ਫਲੋਰ ਹੈ ਤੇ ਇੱਕ ਛੱਤ ਹੈ, ਤਾਂ ਮਤਲਬ ਕਿ 6 ਫੇਸਿਸ ਹੋ ਗਏ ਮੇਰੇ ਕਿਊਬ ਦੇ। ਤਾਂ ਇੱਕ ਫੇਸ ਤੋਂ 9 ਆ ਰਹੀਆਂ ਤਾਂ 9 ਨੂੰ ਮਲਟੀਪलाई ਕਰ ਦੋ 6 ਨਾਲ, ਹਰ ਇੱਕ ਤੋਂ 6 6 ਨਿਕਲਣਗੇ, ਇੱਧਰ ਵੀ 6 ਇੱਧਰ ਵੀ 6, ਹਰ ਇੱਕ ਤੋਂ 6 6 ਨਿਕਲਣਗੇ, ਤਾਂ ਕਿੰਨਾ ਆਏਗਾ 9 6 ਦਾ 54। ਸੋ ਈਜ਼ੀ ਦਾ ਕੁਐਸਚਨ ਸੀਗਾ, ਨਥਿੰਗ ਮਚ। ਨੈਕਸਟ ਕਰਦੇ ਹਾਂ। If x plus 2 and x minus 2 are factor of this, find the value of a and b। ਇਹ ਕੁਐਸਚਨ ਥੋੜਾ ਜਿਹਾ ਈਜ਼ੀ ਹੈ, ਸੋਲਵਿੰਗ ਦਾ ਹੀ ਕੁਐਸਚਨ ਹੈ। ਉਹ ਕਹਿ ਰਹੇ हैं ਕਿ ਜਿਹੜਾ x plus 2 ਹੈ ਤੇ x minus 2 ਹੈ, ਇਹ ਦੋਨੋਂ ਨਾ ਇਸ ਪੂਰੀ ਇਕੁਏਸ਼ਨ ਦੇ ਫੈਕਟਰਸ ਹੈ। ਫੈਕਟਰਸ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਇਸ ਨੂੰ ਐਗਜ਼ੈਕਟਲੀ ਡਿਵਾਈਡ ਕਰ ਰਿਹਾ। ਤਾਂ ਅਗਰ ਮੈਂ ਉਹਦੇ ਤੋਂ x ਦੀ ਵੈਲਿਊ ਕੱਢਾਂ ਕਿੰਨੀ ਆ ਜਾਏਗੀ -2, ਉਹਦੇ ਤੋਂ ਕੱਢਾਂ ਕਿੰਨੀ ਆ ਜਾਏਗੀ 2। ਕਿਸ ਤਰ੍ਹਾਂ ਕੱਢਾਂ ਮੈਂ ਇਹ, ਇਸ ਨੂੰ ਤੁਸੀਂ ਇਕੁਅਲ ਟੂ 0 ਰੱਖ ਲਓ, x - 2 ਰੱਖੋ ਇਕੁਅਲ ਟੂ 0, ਫਿਰ ਤੋਂ ਕਿੰਨਾ ਆ ਜਾਏਗਾ x2 ਆ ਜਾਏਗਾ। ਠੀਕ ਹੈ ਨਾ, ਇਸ ਤਰ੍ਹਾਂ ਮੇਰੇ ਕੋਲ ਦੋ ਵੈਲਿਊਜ਼ ਆ ਗਈਆਂ x ਦੀਆਂ। ਹੁਣ ਅਸੀਂ ਕੀ ਕਰਨਾ, ਅਸੀਂ ਹੁਣ ਇਸ ਨੂੰ ਆਪਣੀ ਇਕੁਏਸ਼ਨ 'ਚ ਪੁੱਟ ਕਰਾਂਗੇ। ਠੀਕ ਹੈ, ਕੀ ਹੈ ਮੇਰੇ ਕੋਲ ax4 plus 2x minus 3x square plus bx plus 4। ਹੁਣ ਤੁਸੀਂ ਕੀ ਕਰੋ, ਦੋ ਕੇਸ ਬਣਾ ਲਓ। ਇੱਕ ਵਾਰੀ x ਨੂੰ ਕਿਆ ਪੁੱਟ ਕਰੋ 2, x ਨੂੰ 2 ਪੁੱਟ ਕਰੋ, ਕਿੰਨਾ ਆਏਗਾ a 2 ਦੀ ਪਾਵਰ 4 plus 2 into 2 minus 2 into 2 square plus b into 2। ठीक है, मैं ਤੁਹਾਨੂੰ ਦਿਖਾ ਰਹੀ ਐਕਸਪੈਂਡ ਕਰਕੇ, ਤੁਸੀਂ ਆਰਾਮ ਨਾਲ ਸ਼ਾਰਟਕਟ 'ਚ ਵੀ ਫਟਾਫਟ ਲਿਖ ਸਕਦੇ ਹੋ। ਕਿੰਨਾ ਆਏਗਾ 2 ਦੀ ਪਾਵਰ 4 is 16, 16a plus 4 minus 2 3 into 4 plus 2b minus 4। ਤਾਂ ਐਵੇਂ ਕੀ ਹੋਏਗਾ, ਤੁਹਾਡੇ ਕੋਲ ਇੱਕ ਬਣ ਜਾਏਗੀ ਇਕੁਏਸ਼ਨ a ਔਰ b 'ਚ। ਠੀਕ ਹੈ, ਸੋ फटाफट सिंपलीफाई करते हैं। 16a plus 2b, 4 ਨਾਲ 4 ਕੱਟ ਰਿਹਾ ਫਿਰ ਆ ਜਾਏਗਾ -12 0। ਇਹ ਮੇਰੀ ਇੱਕ ਬਣ ਗਈ ਇਕੁਏਸ਼ਨ। ਠੀਕ ਹੈ, ਸਿਮਿਲਰਲੀ ਅਸੀਂ ਹੁਣ ਕਰਾਂਗੇ ਪੁੱਟ -2 ਪੁੱਟ ਕਰਾਂਗੇ, ਹੁਣ ਦੇਖਦੇ ਕਿ ਇਕੁਏਸ਼ਨ ਕੀ ਬਣੇਗੀ। -2 ਪੁੱਟ ਕਰੋਗੇ ਤਾਂ ਕੋਈ ਫਰਕ ਨਹੀਂ ਪਏਗਾ ਕਿਉਂਕਿ ਪਾਵਰ 4 ਹੈ। -2 ਦੀ ਪਾਵਰ 4 ਕਰਾਂਗੇ, 2 into -2 3 -2 ਦਾ ਸਕੁਅਰ plus b into -2 into -4। ਹੁਣ ਦੇਖੋ ਅਗਰ ਤਾਂ ਪਾਵਰ ਈਵਨ ਹੁੰਦੀ ਹੈ ਤਾਂ ਨੈਗੇਟਿਵ ਤਾਂ ਸਾਈਨ ਕੀ ਬਣ ਜਾਏਗਾ ਪੋਜ਼ਿਟਿਵ, ਅਗਰ ਪਾਵਰ ऑड ਹੈ ਤਾਂ ਕੀ ਬਣ ਜਾਏਗਾ ਉਹ ਨੈਗੇਟਿਵ ਹੀ ਰਹੇਗਾ। ਫਿਰ ਪਾਵਰ ਈਵਨ ਸੀ ਤੇ 16 ਆਏਗਾ, ਉਹਦੇ -4 ਬਣ ਜਾਏਗਾ, ਫਿਰ ਕਿੰਨਾ ਆਏਗਾ -3 into 2 4 ਆ ਜਾਏਗਾ, ਪਾਵਰ क्योंकि ਈਵਨ है तो 4 ही रहेगा, -2b -4 ਕੀ ਬਣ ਜਾਏਗੀ ਇਹ 16a and -2b -4 -4 -8 -8 into 12 -20 is equals to 0। ਹੁਣ ਤੁਸੀਂ ਇਸ ਨੂੰ ਤੇ ਇਸ ਨੂੰ ਸੋਲਵ ਕਰਕੇ a ਔਰ b ਦੀ ਵੈਲਿਊ ਕੱਢ ਲਓ। ਸੋ ਜਿਹੜੀ ਅਸੀਂ ਲਿਖਦੇ ਹਾਂ ਕੁਐਸਚਨ ਨੂੰ, I will use elimination method यूज ਕਰਨ ਲੱਗੀ ਆ ਮੈਂ। ਠੀਕ ਹੈ, ਕਿਉਂਕਿ ਦੇਖੋ ਇਹ ਫੈਕਟਰ ਬਿਲਕੁਲ ਸੇਮ ਹੈ, तो ये डायरेक्टली कट हो जाएगा। मैं इन्होंने ऐड कर दिया डायरेक्टली कट हो जाएगा, और कितना आ जाएगा 32a ਤੇ ਉਹਦੇ ਮੇਰੇ ਕੋਲ ਬਣ ਜਾਏਗਾ -32 is equals to 0। ठीक है, तो क्या आ जाएगा 32 is equals to 32, a कितना आ गया मेरे को 1, so a is my 1। a1 आ गया, इन्हें पुट कर दो, a ਨੂੰ 1 पुट कर दो और तो b ਦੀ वैल्यू निकल जाएगी। ठीक है, तो 16 - 12 plus 2b is equals to 0। 2b कितना आ जाएगा मेरे को 16 - 12 ਹੁੰਦਾ 4, उधर जाके की हो जाएगा -4, तो 2 रे की हो रहा है मल्टीप्लाई, उधर जाके हो जाएगा डिवाइड, सो मेरे को b आ जाएगा -2। मैंने पूछा क्या गया, मैंने पूछा a plus b सो कितना आएगा, a मेरा 1 है, b मेरा -2 है, a plus b कितना आ जाएगा मेरे को -1, ऑप्शन नंबर a। ओके, सो बस सॉल्विंग द क्वेश्चन सीखा, नथिंग मच। नेक्स्ट क्वेश्चन करते हैं। क्वेश्चन 104 किया, a solid metal cylinder of 10 cm height and 14 cm diameter। एक सानू सिलेंडर दिता होया जिस दी जो डायमीटर है वो 14 सेंटीमीटर की है, डायमीटर मेरी कितनी है 14 सेंटीमीटर। इसकी हाइट ਉਹਦੇ ਤੋਂ ਇਹ ਕਰਦਾ ਕਿ ਇਹਦੀ ਹਾਈਟ ਕਿੰਨੀ ਦਿੱਤੀ ਹੋਈ ਹੈ ਮੈਨੂੰ 10 सेंटीमीटर। इज मेल्टेड एंड रीकास्ट, इसਨੂੰ ਅਸੀਂ ਮੈਲਟ ਕਰ ਦਿਆ। ਠੀਕ ਹੈ, ਤੇ ਇਸ ਤੋਂ ਅਸੀਂ ਇਹਨੂੰ ਫਿਰ ਦੁਬਾਰਾ ਇਹਦੀ ਕੋਈ ਹੋਰ ਸ਼ੇਪ ਦਿੱਤੀ, ਰੀਕਾਸਟ ਕੀਤਾ ਇਹਨੂੰ into 2 ਕੋਨਸ। ਅਸੀਂ ਕੀ ਕੀਤਾ, ਦੋ ਕੋਨਸ ਬਣਾ ਲਿਆ। ਠੀਕ ਹੈ, ਇਸ ਦੀ ਇੱਕ ਕੋਨ ਬਣਾਈ ਛੋਟੀ ਜੀ, ਇੱਕ ਦੀ ਹੋਰ ਕੋਨ ਬਣਾ ਲਈ।
ठीक है, मैंने 2 कोन्स बनाई इस दियां इन प्रपोर्शन 3:4 ਤੇ ਇਹਨਾਂ ਦਾ ਜਿਹੜਾ ਪ੍ਰੋਪੋਰਸ਼ਨ ਸੀ ਵੋਲਿਊਮ ਦਾ ਲਿਖਿਆ ਵੋਲਿਊਮ ਲਿਖਿਆ ਹੈ ਤਾਂ ਵੋਲਿਊਮ ਦਾ ਪ੍ਰੋਪੋਰਸ਼ਨ ਕਿਵੇਂ ਦਿੱਤਾ ਹੋਇਆ 3:4 ਠੀਕ ਹੈ ਕੀਪਿੰਗ ਦ ਹਾਈਟ 10 ਸੈਂਟੀਮੀਟਰ ਤੇ ਇਹਦੀ ਵੀ ਹਾਈਟ ਅਸੀਂ 10 ਸੈਂਟੀਮੀਟਰ ਰੱਖੀ ਹੈ ਅਸੀਂ ਹਾਈਟ ਚੇਂਜ ਨਹੀਂ ਕਰੀ ਠੀਕ ਹੈ what would be the percentage change in the flat surface area ਕਹਿੰਦੇ flat surface area ਵਿੱਚ percentage change ਕਿੰਨਾ ਹੋਊਗਾ ਪਹਿਲੀ ਗੱਲ ਸਮਝੋ flat surface ਕਿਹੜਾ ਹੈ ਸਿਲੰਡਰ ਦਾ flat surface ਇੱਕ ਇਹ ਦਾ ਟੌਪ ਹੈ ਤੇ ਇਹ ਬਾਟਮ ਹੈ या ए वाला पार्ट केड़ा कर्व सरफेस इधर भी ये पार्ट कर्व है इधर सिर्फ बेस फ्लैट सरफेस होता है ठीक है और फ्लैट सरफेस जो है ये शेप केड़ी है सर्कल दी शेप है ठीक है सो सर्कल दा देखो मेरे कुछ फार्मूलास दिख रहे हैं जो तुहानू लोड पएगी इसनू करन लगे पहली फार्मूले दी लोड पएगी वॉल्यूम ऑफ सिलेंडर दा फार्मूला की हुंदा है पाई आर स्क्वायर एच दूसरा फार्मूला तुहानू लोड पएगी वॉल्यूम ऑफ कोन दी वॉल्यूम की क्यों गल कर रहे हैं क्योंकि ਅਸੀਂ ਇਹਨੂੰ ਮੈਲਟ ਕਰਿਆ ਠੀਕ ਹੈ ਤਾਂ ਇਸ ਲਈ ਅਸੀਂ ਵੋਲਿਊਮ ਦੀ ਗੱਲ ਕਰ ਰਹੇ ਹਾਂ ਤੈਨੂੰ ਰੀਕਾਸਟ ਕਰਕੇ ਅਸੀਂ ਕੋਨ ਬਣਾਇਆ ਤਾਂ ਵੋਲਿਊਮ ਆਫ ਕੋਨ ਕੀ ਹੁੰਦਾ 1/3 ਪਾਈ r ਸਕੁਅਰ h ਵੋਲਿਊਮ ਆਫ ਕੋਨ ਹੁੰਦਾ ਹੈ ਤੇ ਉਹਦੇ ਏਰੀਆ ਆਫ ਸਰਕਲ ਦੀ ਵੀ ਲੋੜ ਪਏਗੀ ਕਿ ਇਹ ਤਿੰਨ ਫਾਰਮੂਲਾਸ ਅਸੀਂ ਯੂਜ਼ ਕਰਨੇ ਆ ਏਰੀਆ ਆਫ ਸਰਕਲ ਕੀ ਹੋਏਗਾ ਉਹ ਹੁੰਦਾ ਫਾਰਮੂਲਾ ਪਾਈ r ਸਕੁਅਰ ਠੀਕ ਹੈ ਉਹਦੇ ਦੋ ਸਰਕਲਸ ਹੈ ਉਹਦੇ ਸਿਰਫ ਇੱਕ ਹੀ ਸਰਕਲ ਹੈ ਠੀਕ ਹੈ ਚਲੋ ਹੁਣ ਅਸੀਂ ਕੁਐਸਚਨ ਦੇਖਦੇ ਹਾਂ ਕਿ ਕਿਵੇਂ ਕਰ ਸਕਦੇ ਹਾਂ ਸੋ देखो सानू पता है कि असी इस सिलेंडर नु मेल्ट करके दो कोन्स बनाइया ता इस सिलेंडर दा वॉल्यूम किसदे बराबर होएगा इन दोनों कोन्स दे वॉल्यूम दे बराबर होएगा ठीक है ता वॉल्यूम ऑफ सिलेंडर इस दा की होएगा फार्मूला की है पाई आर स्क्वायर एच क्या है पाई आर स्क्वायर एच किसदे बराबर इन दोनों कोन्स दे वॉल्यूम दे बराबर है ठीक है तो मैं की लिखूंगी 1/3 पाई आर 1 स्क्वायर एच प्लस 1/3 पाई r2 स्क्वायर h क्योंकि मैंने ਉਹਦਾ रेडियस ਤਾਂ ਪਤਾ ਨਹੀਂ ਕਿੰਨਾ ਹੈ ਤਾਂ मैंने रेडियस बोले r1 ਇਸ ਦਾ रेडियस मैं कहता r2 ठीक है कॉलम दोनों ਦੇ ਬਰਾਬਰ ਹੋਣ ਵਾਲੀ ਹੈ ਤਾਂ ਹੁਣ ਦੇਖੋ ਉਰੇ ਤੋਂ ਤੁਸੀਂ ਪਾਈ ਤੇ h ਕਾਮਨ ਲੈ ਲਓ ਕੀ ਰਹਿ ਜਾਏਗਾ ਤੁਹਾਡੇ ਕੋਲ 1/3 वैसे कॉमन आ रहा है पाई ते h कॉमन ले लिया अंदर की बचेगा सिर्फ r1 स्क्वायर प्लस r2 स्क्वायर बचेगा इस तरफ की रह जाएगा पाई r स्क्वायर h पाई नाल पाई कैंसिल हो जाएगा h नाल h कैंसिल हो जाएगा ठीक है तो उरे तो मेरे को 3 इधर ले जाओ 3 इधर जाके की बनेगा 3r स्क्वायर इज इक्वल टू r1 स्क्वायर प्लस r2 स्क्वायर ठीक है ये मेरे को एक इक्वेशन बन गई हुन नेक्स्ट स्टेप ਅਸੀਂ ਕੀ ਕਰਨਾ ਹੈ ਹੁਣ ਅਸੀਂ ਸਾਨੂੰ ਜੋ ਪੁੱਛਿਆ ਗਿਆ ਸੀ ਉਹ ਕਰਨਾ ਹੈ ਹੁਣ ਸਾਨੂੰ ਕਿਹਾ ਗਿਆ ਕਿ ਫਲੈਟ ਸਰਫੇਸ ਦੀ ਚੇਂਜ ਕੱਢੋ ਕਿੰਨਾ ਚੇਂਜ ਆਇਆ ਪਰਸੈਂਟੇਜ ਤਾਂ ਫਲੈਟ ਸਰਫੇਸ ਕੀ ਹੋਏਗਾ ਇਸ ਦਾ ਫਲੈਟ ਸਰਫੇਸ ਏਰੀਆ ਕਿੰਨਾ ਹੋਏਗਾ ਦੋ ਸਰਕਲ ਦਾ ਏਰੀਆ ਮਿਲਾ ਦੋ ਇਹਦਾ ਵੀ ਏਰੀਆ ਕਿੰਨਾ ਪਾਈ r ਸਕੁਅਰ ਇਹਦਾ ਵੀ ਏਰੀਆ ਕਿੰਨਾ ਪਾਈ r ਸਕੁਅਰ ठीक है ना ਇਹਦਾ ਏਰੀਆ ਕਿੰਨਾ ਆਇਆ ਪਾਈ r ਸਕੁਅਰ ਇਹਦਾ ਵੀ ਕਿੰਨਾ ਪਾਈ r ਸਕੁਅਰ ਤੇ ਸਿਲੰਡਰ ਦਾ ਟੋਟਲ ਫਲੈਟ ਸਰਫੇਸ ਏਰੀਆ ਕਿੰਨਾ ਹੋ ਜਾਊਗਾ 2 ਪਾਈ r ਸਕੁਅਰ ਇਹ ਪਹਿਲਾ ਸੀਗਾ ਹਨਾ ਪਹਿਲਾ ਸੀਗਾ ਜਦੋਂ ਅਸੀਂ ਕੁਝ ਨਹੀਂ ਕੀਤਾ ਜਦੋਂ ਉਸ ਤੋਂ ਬਾਅਦ ਹੁਣ ਕੀ ਬਣ ਗਿਆ ਹੈ ਹੁਣ ਇਹ ਬਣ ਚੁੱਕਿਆ ਹੈ ਹੁਣ ਕੀ ਬਣ ਗਿਆ 2 ਪਾਈ r1 ਸੌਰੀ 2 ਨਹੀਂ ਆਏਗਾ ਕਿਉਂਕਿ ਸਿੰਪਲ ਅਸੀਂ ਗੱਲ ਕਰ ਰਹੇ ਹਾਂ ਉਹਦਾ ਅਲੱਗ-ਅਲੱਗ ਲਵਾਂਗੇ ਸੋ ਕੀ ਆਏਗਾ ਪਾਈ r1 ਇਸ ਦਾ ਵੀ ਏਰੀਆ ਕਿੰਨਾ ਆਏਗਾ ਪਾਈ r1 ਸਕੁਅਰ ਇਸ ਦਾ ਏਰੀਆ ਕਿੰਨਾ ਆਏਗਾ ਪਾਈ r2 ਸਕੁਅਰ ठीक है ਇਹ ਮੈਂ ਕੀ ਲਿੱਤਾ ਇਹ ਮੈਂ ਲਿੱਤਾ ਹੈ ਫਲੈਟ ਸਰਫੇਸ ਏਰੀਆ ਕਿਸ ਦਾ ਕੋਨਸ ਦਾ ਔਰ ਇਹ ਮੈਂ ਕੀ ਲਿੱਤਾ ਹੈ ਫਲੈਟ ਸਰਫੇਸ ਏਰੀਆ ਕਿਸ ਦਾ ਸਿਲੰਡਰ ਦਾ ਲਿਆ ਠੀਕ ਹੈ ਸੋ ਅਸੀਂ ਹੁਣ ਦੇਖਣਾ ਹੈ ਕਿ ਹੁਣ ਇਹ ਕਿੰਨਾ ਚੇਂਜ ਹੋ ਚੁੱਕਿਆ ਪਹਿਲਾਂ 2 ਪਾਈ r ਸਕੁਅਰ ਸੀ ਹੁਣ ਕਿੰਨਾ ਬਦਲ ਗਿਆ ਹੁਣ ਦੇਖੋ ਪਾਈ ਨਾਲ ਪੂਰੇ ਤੋਂ ਪਾਈ ਕਾਮਨ ले लो अगर इस तो पाई कॉमन लेंगे पाई ना पाई कैंसिल हो जाएगा ना इधर की बचेगा 2 पाई r स्क्वायर ਅਸੀਂ कंपैरिजन ही करना है डोंट नो से ਅਸੀਂ ਨੂੰ ਇਕੁਅਲ ਤਾਂ ਰੱਖ ਨਹੀਂ ਸਕਦੇ पाई कॉमन ਲਵਾਂਗੇ ਇਧਰੋਂ ਵੀ r1 स्क्वायर प्लस r2 स्क्वायर आएगा पाई ਨਾਲ पाई इधर भी पाई होगा ਤਾਂ कैंसिल हो जाएगा सो ਹੁਣ ਅਸੀਂ ਆਲਰੇਡੀ ਕੱਢ ਲਿਆ ਸੀਗਾ ਕਿ r1 स्क्वायर प्लस r2 स्क्वायर किस ਦੇ ਬਰਾਬਰ ਹੈ 3r स्क्वायर ਦੇ ਬਰਾਬਰ ਹੈ ਤਾਂ ਉਹਦੇ ਵੈਲਿਊ ਪੁੱਟ ਕਰ ਦੂੰਗੀ ਇਸ ਦੀ ਤਾਂ ਕੋਲ ਕੀ ਆ ਜਾਏਗਾ ਮੇਰੇ ਕੋਲ ਆ ਜਾਏਗਾ ਉਹਰੇ अगर ਅਸੀਂ पाई कैंसिल भी नहीं करे तो ਤਾਂ ਵੀ ਗੱਲ ਬਣ ਜਾਏਗੀ सो मेरे को आ जाएगा उरे 2r स्क्वायर उरे कितना आ जाएगा 3r स्क्वायर मतलब कि 2r स्क्वायर तो 3r स्क्वायर मेरा एरिया चेंज हो चुका है पर ਅਸੀਂ ਇਹ ਤਾਂ ਮੇਰਾ ਚੇਂਜ ਆ ਗਿਆ ਕਿ ਪਹਿਲਾਂ ਮੇਰੇ ਕੋਲ ਕਿੰਨਾ ਸੀਗਾ 2r स्क्वायर ਸੀ ਹੁਣ ਕਿੰਨਾ ਹੋ ਗਿਆ 3r स्क्वायर ਹੋ ਗਿਆ ਹੁਣ ਅਸੀਂ ਦੇਖਣਾ ਕਿ ਕਿੰਨਾ ਪਰਸੈਂਟੇਜ ਚ ਕੱਢਣਾ ਹੈ ਕਿ ਕਿੰਨੀ ਪਰਸੈਂਟ ਮੇਰੀ ਚੇਂਜ ਹੋਈ ਹੈ ਠੀਕ ਹੈ ਉਸ ਲਈ ਅਸੀਂ ਕੀ ਕਰਾਂਗੇ ਸਿੰਪਲ ਅਸੀਂ ਲਗਾਣਾ ਫਾਰਮੂਲਾ ਪਹਿਲਾਂ ਕਿੰਨਾ ਸੀਗਾ ਮੇਰੇ ਕੋਲ 3r स्क्वायर ठीक है ਹੁਣ ਕਿੰਨਾ ਆ ਗਿਆ ਅਸੀਂ ਮਤਲਬ ਕਿ ਚੇਂਜ ਕਰਾਂਗੇ ਕਿੰਨਾ 1r स्क्वायर ਦਾ ਫਰਕ ਪਿਆ ਮੇਰੇ ਕੋਲ
ਤੇ ਡਿਵਾਈਡ ਕਿੰਨਾ ਕਰਾਂਗੇ ਅਸੀਂ, ਜੋ ਮੇਰੇ ਕੋਲ ਓਰੀਜਨਲੀ ਮੇਰੇ ਕੋਲ ਸੀਗਾ 2r² ਮਲਟੀਪਲਾਈ ਕਰ ਦਾਂਗੇ ਅਸੀਂ 100 ਨਾਲ 2 ਫॉर्म परसेंटेज कितना आ जाएगा 1r² अपॉन 2r² इंटू 100 कटिंग कर दो कितना आ जाएगा 50%। ऑप्शन नंबर डी। हाँ जी, क्वेश्चन थोड़ा डिफिकल्ट क्वेश्चन सीगा समझन च, जे तुहानू कोई प्रॉब्लम आई होवे समझन डोंट वरी, यू कैन मैसेज अस ऑन टेलीग्राम। साडा जिहड़ा लिंक है टेलीग्राम ग्रुप दा असीं नीचे दित्ता होया है, तुसीं सानू पुछ सकदे हो जे तुहानू कोई भी पार्ट समझ नहीं आया इस क्वेश्चन। नेक्स्ट क्वेश्चन करदे हां। Circumference of front wheel of cart is 30 feet long and back wheel is 36 feet long। देखो एक फ्रंट व्हील है, ਇਹਦਾ ਪੂਰਾ ਸਰਕਮਫੇਰੈਂਸ ਕੀ ਹੁੰਦੀ ਹੈ, ਆਊਟਰ ਬਾਉਂਡਰੀ, ਉਹ ਕਿੰਨੀ ਦੀ ਹੈ 30 ਫੀਟ ਦੀ ਹੈ। ਠੀਕ ਹੈ, ਜੋ ਮੈਂ ਰੈਡ ਡਰਾ ਕੀਤਾ ਪੂਰਾ ਸਰਕਮਫੇਰੈਂਸ ਡਰਾ ਕੀਤਾ। ਫਰੰਟ ਦੀ ਘੱਟ ਹੈ, ਜਿਹੜਾ ਬੜਾ ਵਾਲਾ ਵੀਲ ਹੈ, ਪਿੱਛੇ ਜਿਹੜਾ ਵੀਲ ਹੈ ਉਹ ਵੱਡਾ ਹੈ, ਉਹ ਹੈ 36 ਫੀਟ ਦਾ। ਠੀਕ ਹੈ, what is the distance traveled by cart when the front wheel has done 5 more revolution। देखो ये छोटा है ਤੇ ਜ਼ਿਆਦਾ ਘੁੰਮੇਗਾ, ਜਿਹੜਾ ਬੜਾ ਪਈਆ ਉਹ ਘੱਟ ਘੁੰਮੇਗਾ, पर डिस्टेंस दोनों सेम ही ट्रैवल करेंगे ना, ये भी सेम डिस्टेंस, क्योंकि एक मतलब कार्ट की गल कर रही है, मतलब कि कोई एक व्हीकल लगा लो। ठीक है, तो डिस्टेंस तो सेम ही कवर कर रहे हैं, मतलब ट्रक के पहिए हैं दो, तो डिस्टेंस तो सेम ही चलता है ना, बट सिर्फ फर्क ये पड़ेगा, ये ज्यादा घूमेगा ये घट घूमेगा। सर दिता होया है कि ये 5 गुना ज्यादा घूम रहा है। ठीक है, तो देखो डिस्टेंस कितना कवर किया होगा इन्हें, ये पहिया जो घूम रहा है बिल्कुल इस तरह पूरा अगे के पूरे जो मेरे रोड से यही चल रहा है, इसका पूरे सर्कमफेरेंस लवांगे। ठीक है, ਅਸੀਂ ਚਲੋ ਪਹਿਲਾਂ ਮੰਨ ਲੈਂਦੇ ਹਾਂ ਕਿ ਵੀ ਇਹਨੇ ਕਿੰਨੀ ਵਾਰ ਘੁੰਮਿਆ, ਨੰਬਰ ਆਫ ਇਹਦੀ ਜਿਹੜੀ ਰੈਵੋਲੂਸ਼ਨ ਸੀਗਾ ਉਹ n ਲੈ ਲਓ, ਕੀ ਲੈ ਲਓ ਨੰਬਰ ਆਫ ਰੈਵੋਲੂਸ਼ਨਸ n ਲੈ ਲਓ। ਠੀਕ ਹੈ, ਅਸੀਂ ਮੰਨ ਲੈਂਦੇ ਹਾਂ कि ये n टाइम्स घूमिया। ठीक है, या फिर लगा लो बड़े वाला, चलो एवं करते बड़े वाला लगा लो कि जो बड़ा पहिया है वो n टाइम्स घूमिया, मतलब 10 बार घूमिया 20 बार जितनी मर्जी बार घूमिया, तो यह कितनी बार घूमिया होगा, उन्होंने क्या किया, उन्होंने 5 मोर 5 ज्यादा मल्टीप्लाई सॉरी प्लस वाला सी 5 ज्यादा घूमिया, 5 टर्न्स ज्यादा लिखा उन्हें, तो ये कितनी बार घूमिया 5 n + 5 टाइम्स ज्यादा घूमिया। ठीक है, तो हुण डिस्टेंस की होएगा, जिन्नी उन्हें रेवोल्यूशंस दित्तियां मल्टीप्लाई बाय द सर्कमफेरेंस। ठीक है, तो सर्कमफेरेंस कितना है, छोटे वाले का 30 है, ते नंबर ऑफ दी रेवोल्यूशंस कितनी है n + 5 है, ते ये किस दे बराबर होएगा, क्योंकि मैं डिस्टेंस कढ़िया है, ते डिस्टेंस बराबर किस दे होने वाला है 36 फीट, मतलब कि इस दी सर्कमफेरेंस मल्टीप्लाई बाय नंबर ऑफ रेवोल्यूशन, जो कि क्या सीगियां इस दियां n। हम बस थोड़ा सॉल्व करते हैं, एक दी कटिंग हो रही है 6 दे टेबल नाल 5 आएगा और 6 आएगा, तो मल्टीप्लाई कर दो 5n + 25 = 6n, तो कितना आ जाएगा 6n - 5n हो जाएगा, तो n मेरे को आ जाएगा 25। तो मतलब कि जेड़ा मेरा बड़ा वाला पहिया सीगा उन्हें 25 टर्न्स लिते, छोटे वाले ने कितने लिते हैं 30 टर्न्स लिते हैं। हुण मैंने पूछा क्या क्या सीगा, व्हाट इज द डिस्टेंस ट्रैवल बाय कार्ट व्हेन, सर मैंने पूछा कि कितना डिस्टेंस ट्रैवल किया है। ठीक है, तो अपने n ਨੂੰ पुट कर दो, चाहे और करो जिथे मर्जी पुट कर दे n दी वैल्यू, ते अपना आंसर फाइंड कर लो। ठीक है, मैं और पुट कर लेंदी हां, तो 30 × 25 + 5, तो 30 × 30 कितना आ जाएगा 900 फीट, 900 मेरा आ गया। ठीक है, इस चीज एक ही कंसेप्ट सीगा कि यह किस तरह लिया गया। ठीक है, वो बहुत ईजी है, तुसी सोच के देखो, इन्हों रियल लाइफ लगा के देखो, थोड़ा साइकिल का पहिया है, जिन्ना सर्कमफेरेंस क्या है, जो पूरा वो ट्यूब होंगी है, पूरा टायर है वो पूरा सर्कमफेरेंस ही होंगे पूरा। ठीक है, और रोड से कितनी बार घूम रहा, जिन्हें जिन्हें अगे जाएगा वो पूरा मेरा डिस्टेंस याद जाएगा ना, कि हाँ मान लो रोड उरे तो लेके उरे तक सीगी, ते मेरी साइकिल का पहिया है, ये एक बार घूमया फिर दूजी बारी आया फिर तीजी, एवें करके जिन्नी बार भी अगे जा रहा है वो मेरा डिस्टेंस ही कवर हो रहा है। सो इहदा सर्कमफेरेंस ये ते कितनी बार घूमया मेरा डिस्टेंस ही हुंदा है, सो मैं वही लगाया फॉर्मूला। ठीक है, ते जिन्नी बार घूम रहा मैं इसमें n लिया, तो इधर की आ गया n + 5, ते मैं मल्टीप्लाई किस नाल कर रही है उसदे सर्कमफेरेंस, जो कि मैंने दिता ही होया सी। ओके, सो नेक्स्ट क्वेश्चन करते हैं। The lateral faces are perpendicular to the base of prism। एक प्रिज्म है, ठीक है, प्रिज्म एवें दा हुंदा है, कुछ एवें दी वो शेप हुंदी है प्रिज्म दी। ओके, तो कहंदे कि ਜਿਹੜੇ ਸਰਫੇਸ ਦਾ परपेंडिकुलर ਤੇ ਆ, ਤਾਂ ਉਸ ਪ੍ਰਿਜ਼ਮ ਨੂੰ ਕੀ ਕਵਾਂਗੇ, ਜੇ परपेंडिकुलर ਹੈ ਸੋਚਣ ਦੀ ਗੱਲ ਹੀ ਨਹੀਂ, ਕੀ ਲਗਾ ਦੋ राइट प्रिज्म ही ਕਵਾਂਗੇ ਉਹਨੂੰ, क्योंकि एंगल किंदा बन रहा 90 डिग्री ਦਾ एंगल बन रहा। ओके, नेक्स्ट क्वेश्चन, रेसिप्रोकल ऑफ विच नंबर इज 0। ਕਿਹੜੇ ਨੰਬਰ ਦਾ रेसिप्रोकल करांगे तो 0 आएगा।
देखो अगर 1 ਦਾ ਜੋ ਆਪਸ਼ਨ ਦੇਖੋ ਆਪਸ਼ਨ ਹੈ 1 ਦਾ ਰੈਸਿਪਰੋਕਲ ਕੀ ਹੋਊਗਾ ਰੈਸਿਪਰੋਕਲ ਦਾ ਮਤਲਬ ਕੀ ਹੁੰਦਾ ਹੈ ਉਸ ਨੂੰ ਉਲਟਾ ਕਰਨਾ ਮਤਲਬ ਕਿ ਉਹਨੂੰ 1 ਬਾਈ ਕਰਨਾ ਰੈਸਿਪਰੋਕਲ ਦਾ ਮਤਲਬ ਕੀ ਹੈ ਜਿਵੇਂ ਕਿ 1 ਹੈ ਇਹਨੂੰ 1 ਬਾਈ 1 ਕਰ ਦੋ ਲੇਕਿਨ ਨੀਚੇ ਲੈ ਜਾਓ 1 ਨੂੰ ਇਸ ਨੂੰ ਤਾਂ ਕਿੰਨਾ ਆਏਗਾ 1 ਹੀ ਆਏਗਾ ਤਾਂ ਇਹ ਤਾਂ 0 ਨਹੀਂ ਹੋਇਆ 0 ਦਾ ਕਰਾਂਗੇ ਕਿੰਨਾ ਆਏਗਾ 0 ਨੂੰ ਅਗਰ ਅਸੀਂ ਰੈਸਿਪਰੋਕਲ ਕਰੀਏ ਤਾਂ ਕਿੰਨਾ ਆਏਗਾ 1/0 ਜੋ ਕਿ ਕਿਆ ਹੁੰਦਾ ਹੈ ਨਾਟ ਡਿਫਾਈਨਡ ਇਹ ਡਿਫਾਈਨਡ ਹੀ ਨਹੀਂ ਹੁੰਦਾ ਕਦੀ 10 ਦਾ ਕਰਾਂਗੇ ਤਾਂ ਕਿੰਨਾ ਆਏਗਾ ਰੈਸਿਪਰੋਕਲ 1/10 ਹੁੰਦਾ ਹੈ ਸੋ ਇਹਦਾ ਆਪਸ਼ਨ ਕੀ ਹੋਗਾ ਡਸ ਨਾਟ ਐਗਜ਼ਿਸਟ ऐसा कोई नंबर नहीं है जिसਨੂੰ ਅਸੀਂ ਰੈਸਿਪਰੋਕਲ ਕਰੀਏ ਤਾਂ 0 ਆ ਜਾਏ ऐसा कोई नंबर ਹੁੰਦਾ ਹੀ ਨਹੀਂ does not exist नेक्स्ट क्वेश्चन करते हैं स्केयर हैज द रोटेशनल सिमेट्री ऑफ वाटर है मैं क्वेश्चन पहले भी बहुत बार वीडियोस च करवाया हुआ है रोटेशनल सिमेट्री की ਹੁੰਦੀ ਹੈ ਕਿ ਅਗਰ ਅਸੀਂ ਸਕੇਅਰ ਨੂੰ ਰੋਟੇਟ ਕਰਦੇ ਕਰ ਮੈਂ ਸਕੇਅਰ ਨੂੰ ਘੁਮਾਦਾ ਇਸ ਤਰ੍ਹਾਂ ਤਾਂ ਕਿੰਨੀ ਵਾਰੀ ਇਹਨੂੰ ਘੁਮਾਉਣ ਤੇ ਸੇਮ ਸ਼ੇਪ ਹੀ ਆਏਗੀ ਤਾਂ ਸਕੇਅਰ ਦੀ ਸਾਰੀ ਸਾਈਡਸ ਇਕੁਅਲ ਹੁੰਦੀਆਂ ਤਾਂ ਇਹਨੂੰ ਜਿਸ ਮਰਜ਼ੀ ਤਰੀਕੇ ਨਾਲ ਘੁਮਾ ਲਓ ਇਹ ਹਮੇਸ਼ਾ ਸੇਮ ਹੀ ਦਿਖੂਗਾ ਠੀਕ ਹੈ ਤੁਸੀਂ ਕਹਿ ਨਹੀਂ ਸਕਦੇ ਕਿ ਹਾਂ ਇਹਦੀ ਇਹ ਵਾਲੀ ਇਹ ਸਾਈਡ ਸਹੀ ਹੈ ਕਿ ਉਹ ਸਾਈਡ ਸਹੀ ਹੈ ਹਰੇਕ ਵਾਰ ਘੁਮਾਉਣ ਨਾਲ ਸੇਮ ਸ਼ੇਪ ਹੀ ਦੇਣ ਵਾਲਾ ਤੁਸੀਂ ਚਾਹੇ ਟਰਾਈ ਕਰਕੇ ਦੇਖ ਲਓ ਤਾਂ ਇਹ ਚਾਰ ਸਾਈਡਸ ਹੈ क्या सिमेट्री आ गई थी 4 आएगी ओके नेक्स्ट क्वेश्चन द हाइट ऑफ रेक्टेंगल इन हिस्टोग्राम शोज कि ਜਿਹੜੀ ਹਾਈਟ ਇਹ ਹਿਸਟੋਗ੍ਰਾਮ ਹੈਗਾ ਔਰ ਜਿਹੜੀ ਦੀ ਹਾਈਟ ਹੈ ਇਹ ਕੀ ਸ਼ੋ ਕਰਦੀ ਹੈ ਠੀਕ ਹੈ ਜੇ ਤੁਸੀਂ ਗ੍ਰਾਫਸ ਬਣਾਏ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਸੀ ਉਹਦੇ ਫ੍ਰੀਕੁਐਂਸੀਜ਼ ਲੈਂਦੇ ਆ ਔਰ ਇੱਕ ਕਲਾਸ ਇੰਟਰਵਲ ਦਿੱਤੇ ਹੁੰਦੇ ਆ ਇਧਰ ਮੈਨੂੰ ਫ੍ਰੀਕੁਐਂਸੀਜ਼ ਦਿੱਤੀਆਂ ਹੁੰਦੀਆਂ ਉਹੀ ਫ੍ਰੀਕੁਐਂਸੀਜ਼ ਨੂੰ ਮੈਂ ਦੇਖ ਕੇ ਉਹਦੇ ਮਾਰਕ ਕਰਦੇ ਆ ਸੀ ठीक है वही मेरा हाइट डिफाइन कर दिया है ठीक है सो मेरी हाइट क्या होगी मेरी फ्रीक्वेंसी ऑफ द क्लास नेक्स्ट if the difference of mod and median is of data is 24 and difference of median and mean is क्वेश्चन थोड़ा सा कॉम्प्लिकेटेड है बट ਅਸੀਂ इजी वे ਨਾਲ ਕਰਾਂਗੇ देखो ਮੈਨੂੰ क्या गिवन है कि difference of mode and median mode minus median ਮੈਨੂੰ ਦਿੱਤਾ ਹੋਇਆ ਹੈ 24 ਤੇ ਪੁੱਛ ਕੀ ਰਹੇ ਹੈ median minus mean ਕਿੰਨਾ ਹੋਏਗਾ ਦੇਖੋ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਜਿਸ ਨੂੰ ਅਸੀਂ ਇੰਪੈਰੀਕਲ ਫਾਰਮੂਲਾ ਕਹਿੰਦੇ ਆ ਅਸੀਂ ਇਸ ਚ ਉਹ ਯੂਜ਼ ਕਰਕੇ ਇਹਨੂੰ ਈਜ਼ੀ ਕਰਾਂਗੇ ਉਹ ਫਾਰਮੂਲਾ ਕੀ ਹੁੰਦਾ ਹੈ ਉਹ ਫਾਰਮੂਲਾ ਸਾਨੂੰ ਦਿੰਦਾ ਹੈ ਰਿਲੇਸ਼ਨਸ਼ਿਪ ਮੋਡ ਮੀਡੀਅਨ ਤੇ ਮੀਨ ਦਾ ਫਾਰਮੂਲਾ ਹੁੰਦਾ ਹੈ ਮੋਡ ਇਜ਼ ਇਕੁਅਲਸ ਟੂ 3 ਮੀਡੀਅਨ ਮਾਈਨਸ 2 ਮੀਨ ਇਹ ਮੇਰਾ ਫਾਰਮੂਲਾ ਹੈ ਹੁਣ ਅਸੀਂ ਇਸ ਨੂੰ ਯੂਜ਼ ਕਰਕੇ ਅਸੀਂ ਇਹ ਕੱਢਣਾ ਹੈ ਮੈਨੂੰ ਚਾਹੀਦਾ ਕੀ ਹੈ ਮੈਨੂੰ ਚਾਹੀਦਾ ਮੀਡੀਅਨ ਮਾਈਨਸ ਮੀਨ ਚਾਹੀਦਾ ਮੈਨੂੰ ਇਸ ਦੀ ਵੈਲਿਊ ਚਾਹੀਦੀ ਆ ठीक है बट उरे क्या है उरे 3 है तो उरे 2 है इसलिए पर कुछ कॉमन नहीं ले सक रहे तो मैं की करूंगी इसनू लिख दूंगी 2 मीडियन ताकि मेरे को 2 मीन नाल सेम हो जाए तो मैं 2 कॉमन ले सका लिखूंगी मैं 2 मीडियन प्लस 1 मीडियन लिख ही सकते हैं ਅਸੀਂ 2 मीडियन प्लस 1 मीडियन 2 प्लस 1 क्योंकि 3 ही ਹੁੰਦਾ है ठीक है ਇਹ ਸਿਰਫ ਮੈਂ ਇਸ ਲਈ ਕਰਿਆ ਤਾਂ ਕਿ ਮੈਂ ਵੀ ਮੈਂ ਇਹ ਕਰਨਾ ਸੀ ਮੀਡੀਅਨ ਮਾਈਨਸ ਮੀਨ ਉਹ ਤਾਂ ਹੀ ਪੋਸੀਬਲ ਹੈ ਜੇ ਅਸੀਂ ਇਹਨੂੰ ਕੰਬਾਈਨ ਕਰ ਸਕਦੇ ਹਾਂ ਮੈਂ ਤਾਂ 2 ਕਾਮਨ ਲੈ ਲੂੰਗੀ ਇਸ ਚੋਂ ठीक है मीडियन इधर ले आओ मीडियन इधर आके की हो जाएगा मॉड माइनस मीडियन बन जाएगा ठीक है इधरों में की करूंगी 2 कॉमन ले लूंगी मेरे को क्या आ जाएगा मीडियन माइनस मीन देखो क्वेश्चन कितना इजी हो गया हुन करना हुन तो कुछ खास बचा ही नहीं करन वाला इस दी वैल्यू मैंने पता है कितनी है 24 24 है ये पता मैंने 2 है ये तो मैं फाइंड ही करना सीखा मैंने क्वेश्चन मार्क किया तो क्वेश्चन मार्क कितना आ गया 24/2 जो कि हो गया 12 ऑप्शन नंबर ए कितना इजी हो गया ਇਹ ਮੇਰਾ ਫਾਰਮੂਲਾ ਸੀਗਾ ਇੰਪੋਰਟੈਂਟ ਜੋ ਤੁਸੀਂ ਯਾਦ ਰੱਖਣਾ ਸੀ ਜਿਸ ਨੂੰ ਅਸੀਂ ਕਹਿੰਦੇ ਆ ਇੰਪੈਰੀਕਲ ਫਾਰਮੂਲਾ ਓਕੇ ਨੈਕਸਟ ਕੁਐਸਚਨ the radius of sphere balloon increases from 7 cm to 14 cm ਇਹ ਮੇਰਾ ਇੱਕ ਸਫੇਰਿਕਲ ਬਲੂਨ ਹੈ ਇਹਦਾ ਰੇਡੀਅਸ ਪਹਿਲਾਂ ਸੀਗਾ 7 cm ਹੁਣ ਵੱਧ ਕੇ ਕਿੰਨਾ ਹੋ ਗਿਆ 14 cm ਦਾ ਰੇਡੀਅਸ ਵੱਧ ਗਿਆ ਜਦੋਂ ਅਸੀਂ ਇਹ ਚ ਹਵਾ ਭਰੀ the ratio of surface area of original balloon to inflated one is ਕਹਿੰਦੇ ਦੱਸੋ ਕਿ ਰੇਸ਼ੋ ਕੀ ਹੋਏਗੀ ਸਰਫੇਸ ਏਰੀਆ ਦੀ ਤਾਂ ਤੁਹਾਨੂੰ ਅਗਰ ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਫੇਸ ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ ਹੈ ਆਫ ਸਫੀਅਰ ਕਿਉਂਕਿ ਇਹ ਸਫੀਅਰ ਸ਼ੇਪ ਬੋਲੀ ਗਈ ਹੈ ਤਾਂ ਫਾਰਮੂਲਾ ਹੁੰਦਾ ਹੈ 4 ਪਾਈ r ਸਕੁਅਰ ਜਦੋਂ ਵੀ ਕਿਹਾ ਹੋਵੇ ਰੇਸ਼ੋ ਤਾਂ ਡਿਵਾਈਡ ਕਰ ਲਓ ਪਹਿਲਾਂ ਕੀ ਕਿਹਾ ਜੋ ਕਿਹਾ ਉਹੀ ਉੱਪਰ ਰੱਖੋ ਪਹਿਲਾਂ ਕੀ ਨਾ ओरिजिनल ਬੈਲੂਨ ਠੀਕ ਹੈ ਟੂ ਇਨਫਲੇਟਡ ਵਨ ਮਤਲਬ ਕਿ ਪਹਿਲਾਂ ਜਿਹੜਾ ओरिजिनल ਸੀਗਾ ਉਹਦੀ ਰੱਖੋ ਤਾਂ ओरिजिनल ਵਾਲੇ ਦੀ ਮੇਰੇ ਕੋਲ ਰੇਡੀਅਸ ਕਿੰਨੀ ਸੀਗੀ ਪਹਿਲਾਂ ਰੇਡੀਅਸ ਸੀਗੀ 7 ਸਕੁਅਰ क्या डिवाइड कर देंगे ਅਸੀਂ ਹੁਣ ਜਿਹੜਾ ਫੁੱਲ ਗਿਆ ਫੁੱਲ ਜਿਹੜਾ ਫੁੱਲ ਗਿਆ ਉਸ ਦੀ ਰੇਸ਼ੋ ਕਿੰਨੀ ਹੈ ਮੇਰੇ ਕੋਲ ਇਸ ਟਾਈਮ ਸੌਰੀ ਰੇਡੀਅਸ ਕਿੰਨਾ ਹੈ ਮੇਰੇ ਕੋਲ 14 ਸੈਂਟੀਮੀਟਰ ਤਾਂ ਇਹ ਨਾ ਕੱਟ ਗਿਆ ਉੱਪਰ ਕੀ ਆਏਗਾ 7 into 7 upon 14 into 14 ਕਟਿੰਗ ਕਰ ਦੋ ਇਹਦੀ 2 ਕਿੰਨਾ ਆ ਜਾਏਗਾ 1 upon 4 ਆਇਆ ਮਤਲਬ ਕਿ 1:4 ਮੇਰਾ ਆंसर ਆਇਆ ਠੀਕ ਹੈ ਇਸ ਤੋਂ ਸਿੰਪਲੈਸਟ ਵੇ ਹੁੰਦਾ ਰੇਸ਼ੋ ਫਾਈਂਡ ਕਰਨ ਦਾ ਬਸ ਤੁਹਾਨੂੰ ਫਾਰਮੂਲਾਸ ਹੋਣੇ ਚਾਹੀਦੇ ਯਾਦ इन फ्यूचर मैं वीडियोस बनाने वाली है मेंस्ट्रुएशन ਦੇ ਉੱਤੇ ਹੀ ਤੇ ਸਾਰੇ ਫਾਰਮੂਲੇ ਅਸੀਂ ਉਸ ਤੇ ਕਵਰ ਕਰਾਂਗੇ ਸਮਝਾਂਗੇ ਫਾਰਮੂਲੇ ਬਣੇ ਕਿਸ ਤਰ੍ਹਾਂ ਓਕੇ
तो नेक्स्ट करते हैं क्वेश्चन, अ बोट हैविंग लेंथ एंड ब्रेथ। देखो एक बोट है जिसे लेंथ ब्रेथ दी हुई है, मतलब कि एक रेक्टेंगुलर शेप दी बोट ले लो, ठीक है, एक रेक्टेंगुलर शेप दी मैं बोट ले ली। सो मैंने ਉਹਦੀ ਲੈਂਥ ਦਿੱਤੀ ਹੋਈ ਹੈ 3 ਮੀਟਰ, ਬ੍ਰੈਡ ਦਿੱਤੀ ਹੋਈ ਹੈ ਮੈਨੂੰ 2 ਮੀਟਰਸ। ਇਸ ਫਲੋਟਿੰਗ ਔਨ ਲੇਕ, ਲੇਕ ਦੇ ਉੱਪਰ ਫਲੋਟ ਕਰ ਰਹੀ ਹੈ। ਬੋਟ ਸਿੰਕਸ ਬਾਈ 1 ਸੈਂਟੀਮੀਟਰ, ਮਤਲਬ ਕਿ ਉਹਦੀ ਹਾਈਟ ਹੋਗੀ, ਜਿੰਨੀ ਕਿ ਨੀਚੇ ਗਈ ਉਹ ਉਹਦੀ ਹਾਈਟ ਲਵਾਂਗੇ ਅਸੀਂ, ठीक है। व्हेन अ मैन गेट्स ऑन इट फाइंड द मास ऑफ मैन। थोड़ी सी फिजिक्स लगन वाली है क्योंकि तेन पूछ रहे हैं कि दसो मैन दा मास कितना होएगा, ठीक है। सो करना इजी है, कुछ नहीं, तेन फॉर्मूला हुंदा एक मास दा फॉर्मूला की हुंदा है वॉल्यूम मल्टीप्लाई बाय डेंसिटी। फॉर्मूला की हुंदा है वॉल्यूम मल्टीप्लाई बाय डेंसिटी, तुसी ये फॉर्मूला याद करना पड़ेगा, फिजिक्स दा फॉर्मूला है, ठीक है। सो असि मास फाइंड करना है, वॉल्यूम, वॉल्यूम की होएगा लेंथ ब्रेड्थ इनटू हाइट। बट एक गल देखो वो सेंटीमीटर है, बाकी दो यूनिट्स मीटर सीगियां तो तुसी इनु सेंटीमीटर नु मीटर च कन्वर्ट कर लो, ठीक है। सो वॉल्यूम जो 3 मल्टीप्लाई 2 मल्टीप्लाई 1, 1 सेंटीमीटर सी मीटर च कन्वर्ट करने लिए मैं की करूंगी डिवाइड बाय 100, ओके। ਹੁਣ ਡੈਂਸਿਟੀ, ਡੈਂਸਿਟੀ ਅਸੀਂ ਕਿਸ ਦੀ ਲਵਾਂਗੇ, ਅਸੀਂ ਡੈਂਸਿਟੀ ਲਵਾਂਗੇ ਵਾਟਰ ਦੀ। ਡੈਂਸਿਟੀ ਅਸੀਂ ਕਿਸ ਦੀ ਲੈਣੀ ਹੈ, ਵਾਟਰ ਦੀ ਗੱਲ ਕਰੀਏ ਤਾਂ ਵਾਟਰ ਦੀ ਡੈਂਸਿਟੀ ਲਵਾਂਗੇ। ਵੈਸੇ ਇਸ ਕੁਐਸਚਨ ਤੁਹਾਨੂੰ ਗਿਵਨ ਨਹੀਂ ਹੈ ਕਿ ਡੈਂਸਿਟੀ ਕੀ ਹੈ, ਬਟ ਡੈਂਸਿਟੀ ਤੁਸੀਂ ਹੁਣ ਯਾਦ ਰੱਖ ਲਓ ਕਿ ਡੈਂਸਿਟੀ ਆਫ ਵਾਟਰ ਕਿੰਨੀ ਹੁੰਦੀ ਹੈ, ਇਟਸ ਅਪਰੋਕਸੀਮੇਟਲੀ 1000, ठीक है, कितनी होंदी है 1000 kg मीटर क्यूब होंदी है, वैसे ये यूनिट है ਉਹਦੀ ਡੈਂਸਿਟੀ ਦੀ। ਅਪਰੋਕਸੀਮੇਟਲੀ क्या है, वैसे 997 होंदी है, बट फॉर सॉल्विंग ਅਸੀਂ ਇਹਨੂੰ 1000 ले रहे हैं, ठीक है। सो कटिंग कर दो, इसकी कितनी आ जाएगी 3 to the 6 इंटू आ गया 10 kg मेरा वेट मास है जो आ जाएगा, मतलब 10 इंटू 6 60 kg मेरा मास आ जाएगा, ओके। सो इस विच क्या सीगा, सिर्फ तुसी ये फार्मूला याद करना है मास दा, जो कि हुंदा वॉल्यूम इनटू डेंसिटी। तुसी एक चीज याद करनी सी, डेंसिटी ऑफ वाटर कितनी हुंदी है 1000 kg मीटर क्यूब, ओके। से वॉल्यूम दा और वॉल्यूम लिए मेरे मीटर क्यूब आएगा तो मीटर क्यूब कैंसिल हो जाएगा, तो मेरी यूनिट क्या बचेगी सिर्फ kg। इजी क्वेश्चन, नेक्स्ट करते हैं। जो कुछ मिसिंग है हल्का 1/10, थोड़ी जी स्टेटमेंट्स भी कंफ्यूजिंग ही पाते कई बारी। 10 दी ਸਾਨੂੰ ਦਿੱਤੀ ਹੋਈ ਵੈਲਿਊ ਕੀ ਹੈ ਹੁੰਦੀ ਹੈ, ਦੱਸੋ ਕਿ 1/10 ਦੀ ਵੈਲਿਊ ਕੀ ਹੋਏਗੀ। ਕੁਝ ਨਹੀਂ ਹੈ, ਜੋ ਵੀ ਤੁਹਾਨੂੰ ਦਿੱਤਾ ਹੋਇਆ ਉਹਦੇ ਨੀਚੇ ਪੁੱਟ ਕਰ ਦੋ 1/3.162। ਅਸੀਂ ਇਸ ਨੂੰ ਹੁਣ ਕੀ ਲਿਖ ਸਕਦੇ ਹਾਂ, कुछ खास गल नहीं, तुसी इहनू डिवाइड करके देख लो, तुसी डिवीजन कर लो, ठीक है। ऊपर तुसी डेसिमल हटा के ऊपर 3 जीरोस लगा दो ते तुसी इहनू डिवाइड कर लो। इस च कुछ मेरे समझाने लायक खास गल है नहीं, बस डिवीजन ही करनी सीगी सिंपल, ठीक है। एक होर गल है, जो भी क्योंकि वैसे तुसी जो शॉर्टकट लगाना होवे क्वेश्चन ते किवें लगा सकदे हो, जे मैं हुंदी मैं किवें करदी, मैं सोचदी कि अच्छा ये चीज है, ਤਾਂ मतलब कि ਆਪਾਂ 1 ਨਾਲ ਡਿਵਾਈਡ ਕਰ ਰਹੇ ਤੇ ਮੇਰਾ ਆਨਸਰ ਛੋਟਾ ਹੀ ਆਏਗਾ, मतलब इस नंबर ਤੋਂ ਛੋਟਾ ਨੰਬਰ ਆਏਗਾ, ਇਸ ਤੋਂ ਵੱਡਾ ਤਾਂ ਆ ਨਹੀਂ ਸਕਦਾ, ਤਾਂ ਇਹ ਵੀ ਆਪਸ਼ਨ ਕੱਟ ਹੈ ਤੇ ਇਹ ਵੀ ਕੱਟ ਹੈ, ਠੀਕ ਹੈ। ਤਾਂ ਇਹ ਤਾਂ ਸੇਮ ਹੀ ਹੋ ਗਿਆ, ਤਾਂ ਇਹ ਵੀ ਕੱਟ ਹੈ, ਤਾਂ ਮੇਰਾ ਆਪਸ਼ਨ ਬਚਦਾ ਇੱਕੋ। ਸ਼ਾਰਟਕਟ ਤੁਸੀਂ ਕਿਵੇਂ ਕਰ ਸਕਦੇ ਹੋ, ਜਾਂ ਤਾਂ ਤੁਸੀਂ ਡਿਵਾਈਡ ਕਰਕੇ ਦੇਖ ਲਓ ਵੀ ਕੀ ਆਨਸਰ ਆ ਰਿਹਾ ਹੈ। ਸ਼ਾਰਟਕਟ ਲਈ ਮੈਂ ਕੀ ਦਿਮਾਗ ਲਗਾਇਆ ਕਿ ਅਗਰ ਮੈਂ ਕਿਸੇ ਨੰਬਰ ਨੂੰ 1 ਨਾਲ ਡਿਵਾਈਡ ਕਰੇ ਤਾਂ ਨੰਬਰ ਘਟਣ ਵਾਲਾ ਹੈ, ਤਾਂ ਇਹ ਨੰਬਰ ਵੱਡਾ ਸੀਗਾ, ਇਹ ਵੀ ਵੱਡਾ ਸੀਗਾ, ਤਾਂ ਬਰਾਬਰ ਹੀ ਸੀ, ਤਾਂ ਤਿੰਨੋਂ ਆਪਸ਼ਨ ਕੈਂਸਲ ਹੋ ਗਏ, ਸਿਰਫ ਬਚਿਆ ਮੇਰੇ ਕੋਲ ਇੱਕੋ ਆਪਸ਼ਨ। डिवाइड भी करने की लोड़ नहीं पैनी सी, आंसर डायरेक्ट लिख दो, ओके। तो नेक्स्ट क्वेश्चन करते हैं, स्क्वायर रूट ऑफ दिस। ਅਸੀਂ इसका स्क्वायर रूट फाइंड करना है, कितना आएगा, तो बहुत इजी क्वेश्चन है। a plus b a minus b फॉर्मूला लग रहा है सीधा a plus b a minus b, जो कि की ਹੁੰਦਾ ਮੇਰੇ ਕੋਲ ਬਰਾਬਰ a square minus b square ਦੇ इक्वल ਹੁੰਦਾ है। तो a क्या है मेरा वाला 7, 7 ਦਾ स्क्वायर माइनस आगे क्या है 3 रूट 5 ਦਾ स्क्वायर, 7 स्क्वायर 49, इस दा स्क्वायर किवें करेंगे, पहले 3 दा स्क्वायर करो कितना आएगा 9, रूट 5 दा स्क्वायर करेंगे कितना आएगा 5, देखो रूट 5 नु मल्टीप्लाई करो रूट 5 नाल कितना आ जाएगा अंडर रूट 5 इंटू 5 अंडर रूट 25, या फिर अंडर रूट 5 स्क्वायर कट के कितना आने वाला है 5 ही आने वाला है। तो बेसिकली जब ਅਸੀਂ रूट ਨੂੰ रूट ਨਾਲ मल्टीप्लाई करते हैं तो कैंसिल हो जाती है, तो क्या बचेगा सिर्फ सेम नंबर बचेगा, तो कितना आ जाएगा 45, तो कितना आ गया 4। बट ਤੁਸੀਂ ਹੁਣ 4 आंसर मार्क ना कर ਦਿਓ, गलत हो जाएगा, क्यों, क्योंकि ਉਹ ਪੁੱਛਣਾ ਇਹਦਾ ਸਕੁਅਰ ਰੂਟ ਦੱਸੋ ਕੀ ਹੋਏਗਾ, ਇਹ ਤਾਂ ਮੈਂ ਇਹਨੂੰ ਐਕਸਪੈਂਡ ਕਰਿਆ ਹੈ, ਇਸ ਦਾ ਸਕੁਅਰ ਰੂਟ ਦੱਸਣਾ ਸੀ ਕੀ ਹੋਏਗਾ, ਇਹਦਾ ਸਕੁਅਰ ਰੂਟ ਕਿੰਨਾ ਹੋ ਜਾਏਗਾ ਮੇਰੇ ਕੋਲ 2 प्लस माइनस 2 आएगा, वैसे ਤਾਂ ਇਹਨਾਂ ਨੇ ਆਪਸ਼ਨ ਨਿਕਲ ਦਿੱਤੇ प्लस माइनस 2 ਦਾ ਆਨਸਰ ਆਣਾ ਚਾਹੀਦਾ ਸੀ। तो स्क्वायर रूट ऑफ 4 कितना आएगा प्लस माइनस 2, या फिर ਉਹਦੇ 2 ਆਪਸ਼ਨ ਚਾहे तो टिक कर सकते हैं। तो जल्दी जल्दी ਚ मतलब 4 टिक ना करे हो, मतलब कंप्लीटली पढ़ो की पूछ रहा हो, वर्गमूल पूछा गया, वर्गमूल मतलब स्क्वायर रूट। नेक्स्ट क्वेश्चन, ਇਹ क्वेश्चन ਦਾ ਬਹੁਤ ਈਜ਼ੀ ਹੈ, ਕੰਪਾਊਂਡ ਇੰਟਰਸਟ ਦਾ क्वेश्चन ਹੈ। ਕੰਪਾਊਂਡ ਇੰਟਰਸਟ ਔਨ ਸਾਨੂੰ ਦਿੱਤੀ ਹੋਈ ਹੈ 16th ਮੇਰੀ ਹੈਗੀ ਹੈ ਪ੍ਰਿੰਸੀਪਲ, ਓਕੇ।
मेरा P कितना है मेरे को 16,000। ਹੁਣ ਉਹ ਕਹਿ ਰਹੇ हैं कि at 20% per annum for 9 month ਰੇਟ ਮੇਰਾ ਕਿੰਨਾ ਹੈ 20% ਹੈ per annum ਦਾ ਤੇ ਮੇਰੇ ਕੋਲ ਟਾਈਮ ਕਿੰਨਾ ਹੈ ਟਾਈਮ ਮੇਰੇ ਕੋਲ ਹੈ 9 ਮੰਥਸ ਦਾ ਟਾਈਮ ਹੈ ਕੰਪਾਊਂਡਡ ਕੁਆर्टरली बस ਉਹਦਾ ਥੋੜਾ ਜਿਹਾ ਪੰਗਾ ਕਰਦੇ ਇਹਨਾਂ ਨੇ ਕਿ ਕੁਆर्टरली ਕੰਪਾਊਂਡਡ ਹੈ ਕੁਆर्टरली मतलब कि ਕੁਆर्टर ਸਾਲ ਚ ਕਿੰਨੇ ਕੁਆर्टर्स ਹੁੰਦੇ ਆ ਸੋਚੋ देखो 3 मंथ्स ਦੇ ਪੀਰੀਅਡ ਨੂੰ ਅਸੀਂ ਕੁਆर्टर ਬੋਲਦੇ ਆ ਸੋ ਸਾਲ ਚ ਕਿੰਨੇ ਕੁਆर्टर ਹੋ ਗਏ 4 ਕੁਆर्टर ਹੋ ਗਏ ठीक है ਤਾਂ ਅਸੀਂ ਕੁਆर्टरली ਕੱਢਣਾ ਹੈ ਕਿ ਸਾਨੂੰ ਕੁਆर्टर ਦਾ ਸਾਨੂੰ 3 ਮੰਥਸ ਬਾਅਦ ਕਿੰਨਾ ਵਿਆਜ ਮਿਲਣ ਵਾਲਾ ਹੈ 3 ਮੰਥਸ ਤੱਕ ਬਾਅਦ ਸਾਨੂੰ ਕਿੰਨਾ ਇੰਟਰਸਟ ਮਿਲਣ ਵਾਲਾ ਸੀ ਉਹ ਇੰਟਰਸਟ ਕੱਢਣਾ ਸੀ ਸਾਲ ਦਾ ਇੰਟਰਸਟ ਨਹੀਂ ਕੱਢਣਾ ਅਸੀਂ ਸਿਰਫ 3 ਮੰਥਸ ਦਾ ਇੰਟਰਸਟ ਕੱਢਣਾ ਹੈ ਤਾਂ ਉਸ ਲਈ ਮੈਨੂੰ ਕੀ ਕਰਨਾ ਪਊਗਾ ਪਹਿਲਾਂ ਮੈਂ ਦੇਖੂੰਗੀ ਕਿ 9 ਮੰਥਸ ਵਿੱਚ ਮੇਰੇ ਕੋਲ ਕਿੰਨੇ ਕੁਆर्टर ਬਣ ਰਹੇ ਆ ਤਾਂ 9 ਮੰਥਸ ਨੂੰ ਅਗਰ ਅਸੀਂ ਚੇਂਜ ਕਰੀਏ ਤਾਂ 9 ਮੰਥ ਚ ਕਿੰਨੇ ਕੁਆर्टर ਹੋ ਗਏ 3 ਕੁਆर्टर ਹੋ ਗਏ ਤਾਂ ਮੈਂ ਟਾਈਮ ਕੀ ਲਵਾਂਗੀ 3 ਲਵਾਂਗੀ ਓਕੇ ਹੁਣ ਕਿਉਂਕਿ ਅਸੀਂ ਕੁਆर्टर ਲੈਣੇ ਤਾਂ ਜਿਹੜਾ ਰੇਟ ਹੈ ਮੈਨੂੰ ਦਿੱਤਾ ਹੋਇਆ ਪਰ ਐਨਮ ਮੈਨੂੰ ਰੇਟ ਦਿੱਤਾ ਹੋਇਆ ਪੂਰੇ ਸਾਲ ਦਾ ਤਾਂ ਅਸੀਂ ਇਸ ਰੇਟ ਨੂੰ ਵੀ ਅਸੀਂ ਕੀ ਕਰਾਂਗੇ ਕੁਆर्टर ਦੇ ਹਿਸਾਬ ਨਾਲ ਕੱਢਾਂਗੇ ਤਾਂ ਕੁਆर्टर ਦਾ ਕੱਢਣ ਲਈ ਅਸੀਂ ਕਿਸ ਨਾਲ ਡਿਵਾਈਡ ਕਰਾਂਗੇ 4 ਨਾਲ ਡਿਵਾਈਡ ਕਰ ਦਾਂਗੇ ਅਸੀਂ ਇਸ ਨੂੰ ਤਾਂ ਮੇਰੇ ਕੋਲ ਕਿੰਨਾ ਆ ਜਾਏਗਾ ਮੇਰਾ 5 ਆ ਜਾਏਗਾ 5% ਮੇਰਾ ਕੀ ਆ ਜਾਏਗਾ ਰੇਟ ਠੀਕ ਹੈ ਇਹ ਸਿਰਫ ਮੈਂ ਤਾਂ ਕਰ ਰਹੀ ਹਾਂ ਕਿ ਕੁਆर्टरली ਕਿਹਾ ਸੀ तो मैं रिपीट कर रही ਹਾਂ ਜੇ ਤੁਹਾਨੂੰ ਕੁਆर्टरली ਕਿਹਾ ਹੋਵੇ ਰੇਟ ਨੂੰ 4 ਨਾਲ ਡਿਵਾਈਡ ਕਰ ਦਿਓ ਤੇ ਜੋ ਜਿਹੜਾ ਟਾਈਮ ਹੈ ਤੁਸੀਂ ਟਾਈਮ 'ਚ ਦੇ ਲਓਗੇ ਤੁਹਾਡੇ ਟਾਈਮ 'ਚ ਕਿੰਨੇ ਕੁਆर्टर्स ਆ ਰਹੇ ਆ ਤਾਂ ਮੇਰਾ ਹੁਣ ਰੇਟ ਨਵਾਂ ਕੀ ਬਣ ਗਿਆ 20/4 ਮੇਰਾ ਰੇਟ ਬਣ ਚੁੱਕਿਆ 5% ਤੇ ਮੇਰਾ ਟਾਈਮ ਕੀ ਆ ਗਿਆ ਹੁਣ 3 ਇਹ 3 ਕੁਆर्टर ਹੁੰਦਾ 9 ਮੰਥ ਵਿੱਚ 3 ਮੰਥ ਦੇ ਪੀਰੀਅਡ ਨੂੰ ਅਸੀਂ ਕੀ ਕਹਿੰਦੇ ਆ ਕੁਆर्टर ਓਕੇ ਹੁਣ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਹੈ ਬਸ ਫਾਰਮੂਲਾ ਲਗਾਓ ਤੇ ਆਨਸਰ ਕੱਢ ਲਓ ਫਾਰਮੂਲਾ ਹੁੰਦਾ ਹੈ ਅਮਾਉਂਟ ਕੱਢਦੇ ਅਸੀਂ ਪਹਿਲਾਂ ਉਹ ਹੁੰਦਾ ਪ੍ਰਿੰਸੀਪਲ ਪਲੱਸ ਰੇਟ ਮੇਰਾ ਕਿੰਨਾ ਹੈ 5 ਤੇ ਮੇਰਾ ਟਾਈਮ ਕਿੰਨਾ ਹੈ ਮੇਰੇ ਕੋਲ 3 ਇਅਰਸ ਪ੍ਰਿੰਸੀਪਲ ਦੀ ਵੈਲਿਊ ਪੁੱਟ ਕਰ ਦੋ 16000 ਪੁੱਟ ਕਰ ਦੋ ਰੇ ਇਹ ਕੱਢੇ ਹੋ ਗਏ ਕਿੰਨਾ ਆ ਜਾਏਗਾ 1/20 ਇਹ ਕਿੰਨਾ ਆ ਗਿਆ ਮੇਰਾ 16000 और एलसीएम ले लो और एक मेरे को ये चीज बन रही है एलसीएम किਵੇਂ ਲਵਾਂਗੇ ਅਸੀਂ नीचे क्या है 1 एलसीएम मेरा कितना आ जाएगा 20 इधर कर दिया मैं एलसीएम आ जाएगा 20 ਤਾਂ 1 ਦੇ ਟੇਬਲ 'ਚ 20 ਕਿੱਥੇ ਆਂਦਾ 20 ਦੇ ਆਂਦਾ ਤਾਂ ਉੱਪਰ ਮਲਟੀਪਲਾਈ ਕਰਾਂਗੇ ਅਸੀਂ 20 ਨਾਲ 20 + 1 ਕਿੰਨਾ ਆ ਜਾਏਗਾ 21/20 ठीक है सो रे की ਅਸੀਂ एक्सपैंड करके लिखांगे क्यूब हो रहा है तो ਅਸੀਂ तीन बार मल्टीप्लाई करना है 21/20 मल्टीप्लाई 21/20 इस तरह ठीक है कैंसिल कर दो कटिंग कर दो सॉल्व कर लो बस 2 4 4 रह जाएगा 4 4 तो 16 कट जाएगा 2 कट जाएगा तो की आ जाएगा मेरे को 21 क्यूब मल्टीप्लाई बाय 2 आ जाएगा जो कि ਹੁੰਦਾ है 18522 ठीक है उस तो बाद ਇਹ ਅਸੀਂ ਅਮਾਉਂਟ ਕੱਢ ਲਿਆ ਕਿ ਮੇਰਾ ਹੁਣ ਇੰਨੀ ਅਮਾਉਂਟ ਬਣ ਜਾਏਗੀ ਇੱਕ ਕੁਆर्टर ਤੋਂ ਬਾਅਦ ਹੈ ਕਿੰਨੀ ਸੀਗੀ ਮੇਰੇ ਕੋਲ ਸੀਗੀ 16000 ਤਾਂ ਕੰਪਾਊਂਡ ਇੰਟਰਸਟ ਕਿੰਨਾ ਆਏਗਾ ਇੰਟਰਸਟ ਇਹਨਾਂ ਦਾ ਦੋਨੋਂ ਮਾਈਨਸ ਕਰ ਦੋ ਤੁਹਾਡਾ ਇੰਟਰਸਟ ਆ ਜਾਏਗਾ ਮਾਈਨਸ ਕਰ ਦੇ ਜੋ 16000 ਮਾਈਨਸ ਕਰ ਦੋ ਸੋ ਤੁਹਾਡਾ ਇੰਟਰਸਟ ਆ ਜਾਏਗਾ 2522 this is your compound interest 5 option number C है ना इजी क्वेश्चन ਸੀਗਾ nothing much ਸਿਰਫ ਤੁਸੀਂ ਇਹ ਗੱਲ ਧਿਆਨ ਰੱਖਣਾ ਹੈ ਤੁਹਾਨੂੰ ਕੀ ਦਿੱਤਾ ਹੋਇਆ ਐਨੂਅਲੀ ਦਿੱਤਾ ਹੈ ਕੁਆर्टरली ਪੁੱਛਿਆ ਹੈ ਹਾਫ ਈਅਰਲੀ ਪੁੱਛਿਆ ਹੈ ਉਸ ਦੇ ਅਕੋਰਡਿੰਗ ਅਸੀਂ ਚੇਂਜ ਕਰਨਾ ਹੁੰਦਾ ਹੈ ਓਕੇ ਸੋ ਨੈਕਸਟ ਕੁਐਸਚਨ ਕਰਦੇ ਹਾਂ ਹੁਣ ਜਿਹੜੇ ਕੁਐਸਚਨ ਸਾਰੇ ਕੁਐਸਚਨ ਪੈਡਾਗੋਜੀ ਦੇ ਹੀ ਨੇ ਸੋ ਪੜ੍ਹਦੇ ਕੀ ਕਹਿ ਰਿਹਾ ਉਹ why should teacher involve themselves in service math program ਠੀਕ ਹੈ ਜਿਹੜੇ ਟੀਚਰਸ ਆ ਉਹ ਆਪਣੇ ਆਪ ਨੂੰ ਮੈਥ ਦੇ ਪ੍ਰੋਗਰਾਮ 'ਚ ਆਪਣੇ ਆਪ ਨੂੰ ਇਨਵੋਲਵ ਕਰਨ ਟੂ ਮੀਟ ਫੈਲੋ ਟੀਚਰਸ ਆਪਣੇ ਸਾਥੀ ਟੀਚਰਸ ਨਾਲ ਮਿਲਣ ਲਈ ਟੂ ਡਿਸਕਸ ਦ ਇਸ਼ੂ ਆਫ ਟੀਚਿੰਗ ਐਂਡ ਫਾਈਂਡਿੰਗ ਆਊਟ ਸੋਲੂਸ਼ਨ ਕਿ ਜਿਹੜੇ ਵੀ ਬੱਚੇ ਨੂੰ ਪ੍ਰੋਬਲਮ ਆ ਰਿਹਾ ਪੜ੍ਹਨ 'ਚ ਤੇ ਪੜ੍ਹਾਉਣ 'ਚ ਕੀ ਆ ਰਿਹਾ ਤਾਂ ਉਹਨਾਂ ਦਾ ਸੋਲੂਸ਼ਨ ਲੱਭਣ ਲਈ ਸਾਨੂੰ ਕਰਨਾ ਚਾਹੀਦਾ ਜੋ ਕਿ ਇੱਕ ਪੋਜ਼ਿਟਿਵ ਪੁਆਇੰਟ ਹੈ ਤੁਸੀਂ ਪੈਡਾਗੋਜੀ ਕੱਢਣੇ ਪੋਜ਼ਿਟਿਵ ਪੁਆਇੰਟਸ ਲੱਭਣੇ ਆ ਠੀਕ ਹੈ ਟੂ ਕ੍ਰੀਏਟ ਅ ਲਰਨਿੰਗ ਇਨਵਾਇਰਨਮੈਂਟ ਆਊਟਸਾਈਡ ਦ ਸਕੂਲ ਕਿ ਟੀਚਰ ਬਾਹਰ ਵੀ ਇੱਕ ਇਨਵਾਇਰਨਮੈਂਟ ਬਣਾ ਸਕੇ ਪੜ੍ਹਨ ਦਾ to keep oneself updated with the latest incentives for the teacher देखो ये B C और D सारे ऑप्शन सही लग रहे हैं ठीक है but according to the answer की option number B was correct to discuss about issues of teaching and finding out solution ठीक है क्योंकि मैथ प्रोग्राम ਦਾ ਇਹ ਇੱਕ ਮੋਟਿਵ ਹੁੰਦਾ ਅਸੀਂ ਟੀਚਰ ਡਿਸਕਸ ਕਰਦੇ ਹਾਂ ਕਿ ਵੀ ਹਾਂ ਅਸੀਂ ਕਿਵੇਂ ਬੱਚੇ ਨੂੰ ਹੋਰ ਪੜ੍ਹਾ ਸਕਦੇ ਹਾਂ ਕਿਸ ਤਰੀਕੇ ਨਾਲ ਦੱਸ ਸਕਦੇ ਹਾਂ ਕੁਐਸਚਨ the sequence of steps of systematic problem solving ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਹੈ ਠੀਕ ਹੈ ਸੋ ਇਸ ਦਾ ਆਪਸ਼ਨ ਨੰਬਰ A ਕਰੈਕਟ ਹੁੰਦਾ ਹੈ ਇਹ ਤੁਸੀਂ ਸੀਕੁਐਂਸ ਹੀ ਯਾਦ ਰੱਖ ਸਕਦੇ ਹੋ ਠੀਕ ਹੈ ਨੈਕਸਟ ਕੁਐਸਚਨ ਕਰਦੇ ਹਾਂ we talk about reducing the school burden on student still we give homework to students in mathematics why it is important to give homework ਦੇਣਾ ਬੱਚੇ ਲਈ ਕਿਉਂ ਜ਼ਰੂਰੀ ਹੈ ਜਦੋਂ ਕਿ ਅਸੀਂ ਕਹਿੰਦੇ ਹਾਂ ਕਿ ਸਕੂਲ 'ਚ ਬਰਡਨ ਘੱਟ ਕਰੋ
हेल्प्स इन इंडिपेंडेंट स्टडी, बच्चा खुद पढ़ता है, ठीक है। हेल्प्स यूटिलाइज एक्स्ट्रा टाइम, बच्चा अपना फ्री टाइम च भी अच्छा कुछ करता है। हेल्प्स इन अंडरस्टैंडिंग कंसेप्ट बेटर, सारे ही ठीक है, ऑब्वियसली सारे ही सही गल है। ऑल ऑफ द अबव विद द ऑप्शन बिल्कुल करेक्ट है सारे पॉइंट्स, क्योंकि पॉजिटिव सीगे। नेक्स्ट करते हैं। द ऑब्जेक्टिव ऑफ टीचिंग अलजेब्रा टू मिडल ग्रेड स्टूडेंट इज टू इनेबल स्टूडेंट, ਅਸੀਂ अलजेब्रा पढ़ाने साडा की ऑब्जेक्टिव हो सकता है? सो seeing the relation between number and looking for pattern relationship to master the skill of reading number। देखो skills ਅਸੀਂ रीडिंग नंबर ਤਾਂ ਅਸੀਂ ਸਿੱਖ ਚੁੱਕੇ ਹਾਂ ਪਹਿਲਾਂ ਹੀ, ਕਿਉਂਕਿ ਬੱਚਾ ਮਿਡਲ ਸਕੂਲ 'ਚ ਹੈ। ਤੇ ਇਕੁਏਸ਼ਨਸ ਅਸੀਂ ਨਹੀਂ ਦੇਖਣਾ ਚਾਹੁੰਦੇ, ਆਬਵੀਅਸਲੀ ਅਸੀਂ ਅਲਜੈਬਰਾ ਕਰ ਰਹੇ ਹਾਂ ਹਾਲੇ ਮਿਡਲ ਗ੍ਰੇਡ ਵਿੱਚ। ਤਾਂ ਆਪਸ਼ਨ ਨੰਬਰ ਏ ਦਾ ਕਰੈਕਟ ਹੈ ਬਿਲਕੁਲ, ਕਿ ਅਸੀਂ ਹਲੇ ਰਿਲੇਸ਼ਨਸ਼ਿਪ ਲੱਭ ਰਹੇ ਹਾਂ ਨੰਬਰਸ ਦਾ ਤੇ ਪੈਟਰਨਸ ਦਾ, ਕੀ ਰਿਲੇਸ਼ਨਸ਼ਿਪ ਹੋ ਸਕਦਾ ਹੈ। ਨੈਕਸਟ ਕੁਐਸਚਨ, ਟੀਚਰ ਵਾਂਟਸ ਟੂ ਇੰਟਰੋਡਿਊਸ ਦ ਟੌਪਿਕ ਮਨੀ ਟ੍ਰਾਂਜੈਕਸ਼ਨ। ਮਨੀ ਪੜ੍ਹਾਉਣ ਲਈ ਟੀਚਰ ਨੂੰ ਕਿਆ ਯੂਜ਼ ਕਰਨਾ ਚਾਹੀਦਾ ਹੈ? क्या यूज ऑफ मॉडल, यूज ऑफ आईसीटी, रोल प्ले, सॉल्विंग लॉट्स ऑफ प्रॉब्लम। तो ਇਹਦਾ ਅੱਛਾ ਆਪਸ਼ਨ ਹੈ ਰੋਲ ਪਲੇ, ਕਿ ਜਿਵੇਂ ਕਿ ਇੱਕ ਬੱਚੇ ਨੂੰ ਉਸਨੇ ਦੁਕਾਨਦਾਰ ਬਣਾ ਦਿੱਤਾ, ਦੂਸਰਾ ਬੱਚਾ ਕਸਟਮਰ ਬਣ ਗਿਆ, ਇਸ ਤਰੀਕੇ ਨਾਲ ਬੱਚੇ ਅੱਛੇ ਇੰਟਰਸਟ ਨਾਲ ਪੜ੍ਹ ਸਕਦੇ ਆ ਮਨੀ ਪਲੇ ਦੇ ਮਨੀ ਦੇ ਟੌਪਿਕ ਨੂੰ। ਓਕੇ, ਸੋ ਇਹ ਵੀਡੀਓ ਦਾ ਐਂਡ ਸੀਗਾ। ਥੈਂਕ ਯੂ ਫॉर ਵਾਚਿੰਗ ਦ ਵੀਡੀਓ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਪਲੀਜ਼ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾइब करो एंड यू कैन फॉलो अस ऑन द टेलीग्राम। टेलीग्राम का नाम जो लिंक है नीचे दिता हुआ है, तो नाम की है मैसेज है नाट ही नाम है उस ग्रुप का भी। सो तुम अपने डाउट्स वगैरह पूछ सकते हो जो तुम्हें कुछ समझ नहीं आता। तो थैंक यू फॉर वॉचिंग, सी यू नेक्स्ट टाइम इन नेक्स्ट वीडियो।